ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਗੱਲ ਹਮੇਸ਼ਾ ਅਸੀਂ ਅਮਰੀਕਾ ਦੀ ਡੈਮੋਕ੍ਰੇਸੀ ਦੀ ਕਰਦੇ ਹਾਂ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ, ਔਰ ਦੂਜੀ ਗੱਲ ਅਸੀਂ ਕਰਦੇ ਹਾਂ ਭਾਰਤ ਦੀ ਡੈਮੋਕ੍ਰੇਸੀ ਦੀ, ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ। ਦੋਵਾਂ ਡੈਮੋਕ੍ਰੇਸੀਜ਼ ਕਿੱਦਾਂ ਕੰਮ ਕਰਦੀਆਂ ਨੇ, ਉਹਨਾਂ ਦੇ ਵਿੱਚ ਸਮਾਨਤਾ ਕੀ ਹੈ, ਉਹਨਾਂ ਦੇ ਵਿੱਚ ਫਰਕ ਕੀ ਹੈ, ਇਸ ਨੂੰ ਸਮਝਣਾ ਜ਼ਰੂਰੀ ਹੈ। ਤਾਂ ਹੀ ਅੱਜ ਦੀ ਦੁਨੀਆ ਦੇ ਵਿੱਚ ਅਸੀਂ ਇਹ ਤੈਅ ਕਰ ਪਾਵਾਂਗੇ ਕਿ ਅਮਰੀਕਾ ਕੀ ਰੋਲ ਅਦਾ ਕਰ ਸਕਦਾ ਹੈ ਤੇ ਭਾਰਤ ਕੀ ਰੋਲ ਅਦਾ ਕਰ ਸਕਦਾ ਹੈ, ਜਾਂ ਫਿਰ ਦੋਵੇਂ ਮਿਲ ਕੇ ਭਾਰਤ ਤੇ ਅਮਰੀਕਾ ਇਸ ਵਕਤ ਕੀ ਰੋਲ ਅਦਾ ਕਰਦੇ ਪਏ ਨੇ, ਜਿਸ ਨੂੰ ਪੂਰੀ ਦੁਨੀਆ ਵੇਖਦੀ ਹੈ ਤੇ ਉਹਦੇ ਬਾਰੇ ਚਰਚਾ ਕਰਦੀ ਹੈ। ਅਸੀਂ ਵੀ ਚਰਚਾ ਕਰਨ ਜਾ ਰਹੇ ਹਾਂ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਜਗਰੂਪ ਸੇਖੋਂ ਜੀ। ਸੇਖੋਂ ਸਾਹਿਬ, ਵੈਲਕਮ ਟੂ ਪੰਜਾਬ ਚਰਚਾ। ਸ਼ੁਕਰੀਆ ਜੀ। ਬੇਸਿਕਲੀ ਅਸੀਂ ਇਹ ਦੇਖਣਾ ਚਾਹਾਂਗੇ ਕਿ ਦੋਵਾਂ ਡੈਮੋਕ੍ਰੇਸੀ ਦੇ ਵਿੱਚ ਕੀ ਸਮਾਨਤਾ ਹੈ, ਕੀ ਫਰਕ ਹੈ, ਕਿਉਂਕਿ ਜਦੋਂ ਅਸੀਂ ਯੂਨਾਈਟਿਡ ਸਟੇਟਸ ਦੀ ਗੱਲ ਕਰਦੇ ਹਾਂ, ਵੀ ਦ ਪੀਪਲ ਆਫ, ਇੱਥੋਂ ਸਟਾਰਟ ਹੁੰਦਾ ਹੈ ਉਹਨਾਂ ਦਾ ਕੌਨਸਟੀਟਿਊਸ਼ਨ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਔਰ ਜਦੋਂ ਅਸੀਂ ਭਾਰਤ ਦੇ ਕੌਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਵੀ ਦ ਪੀਪਲ ਆਫ, ਇਹ ਵੀ ਸੇਮ ਸੈਂਟੈਂਸ ਤੋਂ ਸ਼ੁਰੂ ਹੁੰਦਾ ਹੈ। ਸੋ ਕਿਹਾ ਜਾਂਦਾ ਕਿ ਜਦੋਂ ਬਣਾਇਆ ਗਿਆ ਹੈ ਭਾਰਤ ਦਾ ਕੌਨਸਟੀਟਿਊਸ਼ਨ, ਉਹਦੇ ਉੱਤੇ ਅਮਰੀਕਾ ਦੇ ਕੌਨਸਟੀਟਿਊਸ਼ਨ ਦਾ ਵੀ ਪ੍ਰਭਾਵ ਰਿਹਾ ਹੈ। ਜਦੋਂ ਅਸੀਂ 1947 ਤੋਂ ਬਾਅਦ ਆਪਣਾ ਸੰਵਿਧਾਨ ਤਿਆਰ ਕਰਨਾ ਸ਼ੁਰੂ ਕੀਤਾ ਭਾਰਤ ਦੇ ਵਿੱਚ, ਤਾਂ ਅਸੀਂ ਦੋਵੇਂ ਡੈਮੋਕ੍ਰੇਸੀਜ਼ ਦੇ ਵਿੱਚ ਕੀ ਸਮਾਨਤਾ ਹੈ, ਕੀ ਵੱਖਰੇਵਾਂ ਹੈ, ਅਸੀਂ ਇਹ ਜਾਣਾਂਗੇ ਤੁਹਾਡੇ ਕੋਲੋਂ ਸੇਖੋਂ ਸਾਹਿਬ, ਤਾਂ ਕਿ ਅਸੀਂ ਗੱਲਬਾਤ ਅੱਗੇ ਸ਼ੁਰੂ ਕਰ ਸਕੀਏ। ਜੀ ਸੇਖੋਂ ਸਾਹਿਬ। ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਿਹੜੇ ਦੁਨੀਆ ਦੇ ਵਿੱਚ ਜਿੰਨੇ ਵੀ ਸਿਸਟਮ ਹੈਗੇ ਆ, ਕੋਈ 194-95 ਸਿਸਟਮਸ ਹੈਗੇ ਆ, ਭਾਵੇਂ ਉਹ ਡੈਮੋਕ੍ਰੇਟਿਕ ਹੈਗੇ ਆ, ਭਾਵੇਂ ਨਾਨ ਡੈਮੋਕ੍ਰੇਟਿਕ ਹੈਗੇ ਆ, ਭਾਵੇਂ ਉਹ ਮਿਲਟਰੀ ਰਜੀਮਸ ਹੈਗੇ ਆ, ਚਾਹੇ ਮੋਨਾਰਕੀਕਲ ਹੈਗੇ ਆ, ਉਹਨਾਂ ਸਾਰਿਆਂ ਦੇ ਵਿੱਚ ਕੁਝ ਸਿਮਿਲੈਰਿਟੀਜ਼ ਹੁੰਦੀਆਂ, ਕੁਝ ਡਿਸਸਿਮਿਲੈਰਿਟੀਜ਼ ਹੁੰਦੀਆਂ। ਇਹ ਇਨਬਿਲਟ ਸਟਰਕਚਰ ਦੇ ਵਿੱਚ ਹੀ ਹੁੰਦੀਆਂ। ਸਿਸਟਮ ਦੇ ਵਿੱਚ ਜਿਹੜਾ ਪੋਲੀਟੀਕਲ ਸਿਸਟਮ ਨਿਜ਼ਾਮ ਦੀ ਆਪਾਂ ਗੱਲ ਕਰਦੇ ਹਾਂ, ਤੁਸੀਂ ਗੱਲ ਕਰਦੇ ਹੋ ਕਿ ਇੰਡੀਅਨ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ ਤੇ ਅਮਰੀਕਨ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ, ਵਿੱਚ ਬਹੁਤ ਸਾਰੀਆਂ ਸਿਮਿਲੈਰਿਟੀਜ਼ ਹੈਗੀਆਂ, ਪਰ ਪੈਰਲਲ ਬਹੁਤ ਸਾਰੀਆਂ ਡਿਸਸਿਮਿਲੈਰਿਟੀਜ਼ ਹੈਗੀਆਂ। ਜਦੋਂ ਆਪਾਂ ਸਿਮਿਲੈਰਿਟੀਜ਼ ਦੀ ਗੱਲ ਕਰਦੇ ਹਾਂ, ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਵੀ ਦਾ ਪੀਪਲ, ਕਿ ਅਲਟੀਮੇਟ ਜਿਹੜੇ ਸੋਵਰਨ ਹੈਗੇ ਆ ਉਹ ਦੋਨਾਂ ਦੇਸ਼ਾਂ ਦੇ ਜਿਹੜੇ ਲੋਕ ਹੈਗੇ ਆ। ਜਿਹੜੀ ਪ੍ਰਸਤਾਵਨਾ ਜਿਹੜੀ ਹੈਗੀ ਆ, ਤੁਸੀਂ ਜਿਵੇਂ ਤੁਸੀਂ ਕਿਹਾ ਕਿ ਅਸੀਂ ਅਮਰੀਕਾ ਤੋਂ ਲਿਆ ਹੈ, ਉਹਦੇ ਨਾਲ ਨਾਲ ਅਸੀਂ ਫੰਡਾਮੈਂਟਲ ਰਾਈਟਸ ਵੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੋਂ ਲਏ ਸੀਗੇ। ਪਰ ਕਿਉਂਕਿ ਦੋ ਡਿਫਰੈਂਟ ਨਿਜ਼ਾਮਸ ਹੈਗੇ ਆ, ਡਿਫਰੈਂਟ ਏਰੀਆ ਦੇ ਉੱਤੇ ਲੋਕੇਟਡ ਹੈਗੇ ਆ, ਦੋਵਾਂ ਦੀਆਂ ਡਿਫਰੈਂਟ ਜਿਹੜੀਆਂ ਹੈਗੀਆਂ ਜੀਓਗ੍ਰਾਫੀਕਲ ਜਿਹੜੀਆਂ ਲੋਕੇਸ਼ਨਸ ਹੈਗੀਆਂ ਵਾ, ਸਾਈਜ਼ ਹੈ, ਟੋਪੋਗ੍ਰਾਫੀ ਹੈ, ਕਲਾਈਮੇਟ ਹੈ, ਰਿਸੋਰਸਿਸ ਹੈ, ਇਹ ਜਿਹੜੇ ਉੱਥੋਂ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਆ, ਸਮਾਜ ਹੈ ਉਸ ਕਿਸਮ ਦਾ। ਤੋ ਇਸ ਕਰਕੇ ਜੇ ਆਪਾਂ ਸਿਮਿਲਰਿਟੀ ਵਾਲੇ ਪਾਸੇ ਚਲੀਏ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਉੱਥੇ ਲੋਕ ਜਿਹੜੇ ਹੈਗੇ ਅਲਟੀਮੇਟ ਸੋਵਰਨ ਹੈਗੇ ਆ, ਉਹੀ ਆਪਣੀ ਸਰਕਾਰ ਨੂੰ ਚੁਣਦੇ ਆ ਤੇ ਸਰਕਾਰ ਉਹਨਾਂ ਪ੍ਰਤੀ ਜਿਹੜੀ ਹੈਗੀ ਆ ਉਹ ਅਕਾਊਂਟੇਬਲ ਹੁੰਦੀ ਹੈ। ਅਮਰੀਕਨ ਡੈਮੋਕ੍ਰੇਸੀ ਜਿਹੜੀ ਹੈਗੀ ਆ, ਉਹ ਖਾਸ ਕਰਕੇ 1776 ਦੀ ਆਜ਼ਾਦੀ ਤੋਂ ਬਾਅਦ ਉਹਨਾਂ ਨੂੰ 14-15 ਸਾਲ ਲੱਗੇ ਇਹਨੂੰ ਜਿਹੜਾ ਹੈਗਾ ਸੀ ਸੰਵਿਧਾਨ ਬਣਾਉਣ ਲੱਗਿਆ, ਇੱਕ ਸਲੋ ਪ੍ਰੋਸੈਸ ਦੇ ਵਿੱਚ, ਤਾਂ ਕਿ ਜਿਹੜਾ ਹੈਗਾ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਜਿਹੜਾ ਹੈਗਾ ਕੰਸੈਂਸਸ ਬੇਸਡ ਲਿਆਂਦਾ ਜਾਵੇ। ਡੈਮੋਕ੍ਰੇਸੀ ਹੁੰਦੀ ਕੀ ਆ ਵੀ ਇਹ ਸਰਕਾਰ ਜਿਹੜੀ ਆ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਆ, ਲੋਕਾਂ ਰਾਹੀਂ ਹੁੰਦੀ ਆ, ਲੋਕਾਂ ਵਾਸਤੇ ਹੁੰਦੀ ਆ, ਲੋਕਾਂ ਲਈ ਜਿਹੜੀ ਹੈਗੀ ਦੁਬਾਰਾ ਜਿਹੜੀ ਹੈ ਇਹ ਸਰਕਾਰ ਬਣਾਈ ਜਾਂਦੀ ਹੈ। ਪਰ ਸਰਕਾਰ ਦੇ ਵਿੱਚ ਜਦੋਂ ਆਪਾਂ ਸਰਕਾਰ ਦੀ ਗੱਲ ਕਰਦੇ ਹਾਂ, ਇੰਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਸਭ ਤੋਂ ਵੱਡਾ ਫਰਕ ਹੁੰਦਾ ਜਦੋਂ ਆਪਾਂ ਦੇਖਦੇ ਹਾਂ ਕਿ ਉਹਦੇ ਵਿੱਚ ਜਿਹੜਾ ਉੱਥੋਂ ਦਾ ਸਮਾਜ ਕਿੱਦਾਂ ਦਾ ਹੈ, ਉੱਥੋਂ ਦੇ ਲੋਕ ਕਿੱਦਾਂ ਦੇ ਹੈ, ਲੋਕਾਂ ਦਾ ਰਾਜਨੀਤਿਕ ਸਮਾਜੀਕਰਨ ਕਿਸ ਕਿਸਮ ਦਾ ਹੈਗਾ ਵਾ, ਲੋਕਾਂ ਦੀ ਪੋਲੀਟੀਕਲ ਅਵੇਕਨਿੰਗ ਕਿਸਮ ਦੀ ਹੈਗੀ ਆ, ਲੋਕਾਂ ਦੇ ਚੈਲੰਜਸ ਕਿਹੜੇ ਹੈਗੇ ਆ। ਇਹ ਗੱਲ ਠੀਕ ਆ ਕਿ ਅਮਰੀਕਾ ਨੂੰ ਅੱਜ ਤੱਕ ਪਹੁੰਚਣ ਲਈ ਕੋਈ 250 ਸਾਲ ਤੋਂ ਜ਼ਿਆਦਾ ਸਮਾਂ ਮਿਲ ਗਿਆ, ਔਰ ਉਸ ਸਮੇਂ ਦੇ ਵਿੱਚ ਖਾਸ ਕਰਕੇ ਅੱਜ ਤੋਂ 100 ਸਾਲ ਪਹਿਲੋਂ ਜਾਂ 80-90 ਸਾਲ ਪਹਿਲਾਂ ਜਿਹੜੀ ਸਮਾਜਿਕ ਡਿਵੈਲਪਮੈਂਟ ਹੁੰਦੀ ਸੀ, ਜਿਹੜੀ ਇਕਨੋਮਿਕ ਡਿਵੈਲਪਮੈਂਟ ਹੁੰਦੀ ਸੀ, ਉਹ 'ਚ ਬਹੁਤ ਜ਼ਿਆਦਾ ਜਿਹੜੀ ਹੈਗੀ ਆ, ਬਹੁਤ ਜ਼ਿਆਦਾ ਉਹਦੇ ਵਿੱਚ ਊਚ ਨੀਚ ਨਹੀਂ ਹੁੰਦੀ, ਉਹਦੀ ਸਿੰਕਰੋਨਾਈਜੇਸ਼ਨ ਹੁੰਦੀ ਸੀ। ਹੌਲੀ ਚੀਜ਼ਾਂ ਜਿਹੜੀਆਂ ਉਹ ਇੰਸਟੀਟਿਊਸ਼ਨਲਾਈਜ਼ ਹੋਈਆਂ, ਉੱਥੇ ਸਥਾਪਿਤ ਹੋਈਆਂ। ਅਮਰੀਕਾ ਦਾ ਸੰਵਿਧਾਨ ਜਿਹੜਾ ਹੈਗਾ ਤੁਸੀਂ 45-50 ਮਿੰਟਾਂ 'ਚ ਪੜ੍ਹ ਸਕਦੇ ਜੋ, ਅੱਜ ਤੱਕ 26-27 ਉਹਦੇ ਵਿੱਚ ਅਮੈਂਡਮੈਂਟਸ ਹੋਈਆਂ ਵਾ। ਪਰ ਇਹ ਸੰਸਥਾ ਜਿਹੜੀਆਂ ਹੁੰਦੀਆਂ ਵਾ, ਉਹ ਕਈ ਵਾਰੀ ਜਿਹੜੀਆਂ ਹੁੰਦੀਆਂ ਉੱਥੋਂ ਦੇ ਰੀਤੀ ਰਿਵਾਜਾਂ ਨਾਲ ਜੁੜ ਜਾਂਦੀਆਂ। ਜਿੱਦਾਂ ਫਾਰ ਐਗਜ਼ਾਮਪਲ 10 ਸਾਲ ਅਮਰੀਕਨ ਪ੍ਰੈਜ਼ੀਡੈਂਟ ਦੀ ਟਰਮ ਹੈਗੀ ਆ, ਜਾਰਜ ਵਾਸ਼ਿੰਗਟਨ ਨੇ 3rd ਟਾਈਮ ਦੇ ਉੱਤੇ ਲੜਨ ਤੋਂ ਜਿਹੜਾ ਸੀ ਉਹ ਮਨਾ ਕਰ ਦਿੱਤਾ ਸੀਗਾ। ਇਸੇ ਤਰੀਕੇ ਨਾਲ ਜਿਹੜੀਆਂ ਹੋਰ ਸੰਵਿਧਾਨਕ ਵਿਵਸਥਾਵਾਂ ਵਾ ਉਹਦੇ ਵਿੱਚੋਂ ਇਵੋਲਵ ਹੋਈਆਂ। ਉੱਥੇ ਉਹਨਾਂ ਨੇ ਜਿਹੜਾ ਹੈਗਾ ਸੀਗਾ ਪ੍ਰੈਜ਼ੀਡੈਂਸ਼ੀਅਲ ਸਿਸਟਮ ਲੈ ਕੇ ਆਂਦਾ। ਸਾਡੇ ਪਾਰਲੀਮੈਂਟਰੀ ਸਿਸਟਮ ਹੈ, ਜੇ ਇਸ ਚੀਜ਼ ਨੂੰ ਕੰਪੇਅਰ ਕੀਤਾ ਜਾਵੇ ਤੇ ਪਾਰਲੀਮੈਂਟਰੀ ਸਿਸਟਮ ਜਿਹੜਾ ਜ਼ਿਆਦਾ ਡੈਮੋਕ੍ਰੇਟਿਕ ਹੈਗਾ, ਕਿਉਂਕਿ ਪਾਰਲੀਮੈਂਟ ਨਿਜ਼ਾਮ ਦੇ ਵਿੱਚ
ਪੋਲੀਟੀਕਲ ਪਾਰਟੀ ਦਾ ਬਹੁਤ ਵੱਡਾ ਰੋਲ ਹੁੰਦਾ, ਔਰ ਪੋਲੀਟੀਕਲ ਪਾਰਟੀ ਲੋਕਾਂ ਦੇ ਸਰਕਾਰ ਦੇ ਵਿੱਚ ਲਿੰਕ ਹੁੰਦੀ ਆ, ਜਿਹੜੀ ਲੋਕਾਂ ਦੀਆਂ ਗੱਲਾਂ ਸਰਕਾਰ ਨੂੰ ਦੱਸਦੀ ਆ ਤੇ ਸਰਕਾਰ ਦੇ ਕੀਤੇ ਹੋਏ ਕੰਮ ਜਿਹੜੇ ਆ ਲੋਕਾਂ ਤੱਕ ਲੈ ਕੇ ਆਉਂਦੀ ਆ। ਪਰ ਸਾਡੀ ਸਮੱਸਿਆ ਸਾਡੀ ਇਹ ਹੈਗੀ ਆ ਕਿ ਸਾਡੀ ਪੋਸਟ ਕਲੋਨੀਅਲ ਡੈਮੋਕ੍ਰੇਸੀ ਹੈਗੀ ਆ, ਕਿ ਜਿਹਨੂੰ ਕਹਿੰਦੇ ਆ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਡੈਮੋਕ੍ਰੇਸੀ ਮਿਲੀ ਆ, ਔਰ ਸਾਨੂੰ ਵਿਰਸੇ ਦੇ ਵਿੱਚ ਬਹੁਤ ਵੱਡੇ ਚੈਲੰਜ ਮਿਲੇ ਆ। ਔਰ ਉਹ ਚੈਲੰਜ ਮਿਲਣ ਦੇ ਨਾਲ ਹੀ ਖਾਸ ਕਰਕੇ ਜਿਹੜੀਆਂ ਸਾਡੀਆਂ ਢਾਂਚਾਗਤ ਸਮੱਸਿਆਵਾਂ ਸੀਗੀਆਂ, ਜਿਹਨੂੰ ਜਿਹੜਾ ਸੈਲਿਕ ਹੈਰਿਸਨ ਕਹਿੰਦਾ ਮਾਊਂਟਿੰਗ ਚੈਲੰਜਸ, ਗਰੀਬੀ ਬਹੁਤ ਜ਼ਿਆਦਾ ਸੀ ਉਸ ਸਮੇਂ ਦੇ ਵਿੱਚ, ਅਨਪੜ੍ਹਤਾ ਬਹੁਤ ਜ਼ਿਆਦਾ ਸੀਗੀ, ਪੇਂਡੂ ਇਲਾਕਾ ਬਹੁਤ ਜ਼ਿਆਦਾ ਉਹਦੇ ਵਿੱਚ ਸੀਗਾ, ਡਿਵਰਸਿਟੀ ਬਹੁਤ ਜ਼ਿਆਦਾ ਸੀਗੀ। ਤੁਸੀਂ ਦੇਖੋ ਨਾ, ਅਮਰੀਕਾ ਨੇ 200 ਸਾਲ ਹੌਲੀ ਹੌਲੀ ਜਿਹੜਾ ਖਾਸ ਕਰਕੇ ਈਸਟਰਨ ਜਿਹੜੀਆਂ ਉਹ 13 ਜਿਹੜੀਆਂ ਹੈਗੀਆਂ ਕਲੋਨੀ ਤੋਂ ਵਧਦਿਆਂ ਅੱਗੇ ਹੌਲੀ ਹੌਲੀ ਅਗਲੇ ਪਾਸੇ ਤੁਰਿਆ ਆ। ਸਾਨੂੰ ਜਦੋਂ ਆਜ਼ਾਦੀ ਮਿਲੀ ਆ, ਸਾਡੇ ਸਾਹਮਣੇ ਉਹ 543 ਜਿਹੜੀਆਂ ਪ੍ਰਿੰਸਲੀ ਸਟੇਟ ਸੀ, ਉਹਨਾਂ ਨੂੰ ਕਿੱਦਾਂ ਇੰਟੀਗ੍ਰੇਟ ਕਰਨਾ ਹੈ। ਸਾਡੀ ਪਾਰਟੀਸ਼ਨ ਹੋਈ ਸੀਗੀ, ਉਹ ਪਾਰਟੀਸ਼ਨ ਬਹੁਤ ਵਾਇਲੈਂਟ ਸੀ। ਅੱਜ ਸਾਡਾ ਜਿਹੜਾ ਹੈਗਾ ਇੰਡੀਪੈਂਡੈਂਸ ਡੇ ਵੀ ਹੈਗਾ, ਮੈਂ ਸਾਰਿਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਜਿਹੜਾ ਹੈਗਾ ਉਹਦੇ ਉੱਤੇ ਵਧਾਈ ਵੀ ਦੇਣਾ ਚਾਹੁੰਦਾ ਵਾਂ। ਤੇ ਉਸ ਤੋਂ ਬਾਅਦ ਜਿਹੜੀ ਸਾਡੀ ਜਰਨੀ ਸੀ ਉਹ ਬਹੁਤ ਟਫ ਸੀਗੀ, ਔਰ ਖਾਸ ਕਰਕੇ ਜਿਹੜਾ ਬਿਗਨਿੰਗ ਜਿਹੜਾ ਸਮਾਂ ਸੀਗਾ, ਉਦੋਂ ਸਾਡੇ ਕੋਲ ਰਿਸੋਰਸਸ ਨਹੀਂ ਸੀ। ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਕਿ ਅਸੀਂ ਅਮਰੀਕਾ ਨੂੰ ਛੱਡ ਕੇ ਜਿਹੜਾ ਸੋਵੀਅਤ ਮਾਡਲ ਆਫ ਡਿਵੈਲਪਮੈਂਟ ਸੀਗਾ, ਉਹਨੂੰ ਅਸੀਂ ਜਿਹੜਾ ਸੀ ਅਡਾਪਟ ਕੀਤਾ ਸੀ। 5 ਈਅਰ ਪਲਾਨ ਲੈ ਕੇ ਆਏ ਸੀਗੇ, ਸੋਸ਼ਲਿਸਟਿਕ ਪੈਟਰਨ ਆਫ ਸੁਸਾਇਟੀ ਲੈ ਕੇ ਆਏ ਸੀਗੇ, ਜਾਂ ਇਸ ਕਿਸਮ ਦੀਆਂ ਜਿਹੜੀਆਂ ਹੋਰ ਪਬਲਿਕ ਸੈਕਟਰ ਜਿਹੜਾ ਹੈਗਾ ਸੀ ਉਹਨੂੰ ਜ਼ਿਆਦਾ ਉਹਦੀ ਇੰਟਰਵੈਂਸ਼ਨ ਸਾਡੀ ਇਕਨੋਮਿਕ ਗਰੋਥ ਦੇ ਵਿੱਚ ਜਿਹੜੀ ਸੀ ਉਹ ਅਸੀਂ ਬਹੁਤ ਜ਼ਿਆਦਾ ਲੈ ਕੇ ਆਏ ਸੀ। ਪਰ ਉਹਦੇ ਨਾਲ ਸਾਡੇ ਵੀ ਹੈਗਾ ਸੀ ਵੀ ਅਸੀਂ ਗ੍ਰਾਸ ਰੂਟ ਲੈਵਲ ਡੈਮੋਕ੍ਰੇਸੀ ਵੀ ਲੈ ਕੇ ਆਏ। ਅਸੀਂ ਪਿੰਡਾਂ ਦੀਆਂ ਪੰਚਾਇਤਾਂ ਤੱਕ ਜਿਹੜੀ ਹੈਗੀ ਸੀ ਡੈਮੋਕ੍ਰੇਸੀ ਨੂੰ ਲੈ ਕੇ ਆਏ, ਅਸੀਂ ਕਸਬਿਆਂ 'ਚ ਲੈ ਕੇ ਆਏ, ਅਸੀਂ ਸ਼ਹਿਰਾਂ ਦੇ ਵਿੱਚ ਲੈ ਕੇ, ਕਿਉਂਕਿ ਲੱਗਦਾ ਇਹ ਸੀਗਾ ਕਿ ਇੱਥੇ ਇਸ ਹਾਲਾਤ ਦੇ ਵਿੱਚ ਜਿੱਦਾਂ ਦੇ ਸਾਡੇ ਆਰਥਿਕ ਸਮਾਜਿਕ ਹਾਲਾਤ ਹੈਗੇ ਆ, ਉਹਦੇ ਵਿੱਚ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਨੂੰ ਤਗੜਾ ਕਰਨ ਵਾਸਤੇ ਲੋਕਾਂ ਦੀ ਪੋਲੀਟੀਕਲ ਟ੍ਰੇਨਿੰਗ ਬਹੁਤ ਜ਼ਰੂਰੀ ਆ। ਕਿਉਂਕਿ ਨੌਨ ਲਿਟਰੇਸੀ ਸੀ, ਲੋਕਾਂ ਨੇ ਕਿਤੇ ਪੁਰਾਣੇ ਸਮੇਂ 'ਚ ਵੇਖਿਆ ਨਹੀਂ ਸੀਗਾ ਵੀ ਡੈਮੋਕ੍ਰੈਟਿਕ ਪ੍ਰੋਸੈਸ ਕੀ ਹੁੰਦਾ, ਤੇ ਉਹਨਾਂ ਨੂੰ ਉਸ ਸਿਸਟਮ ਦੇ ਵਿੱਚ ਇੰਡਕਟ ਕਰਨ ਵਾਸਤੇ ਇਹ ਨਵੀਆਂ ਵਿਵਸਥਾਵਾਂ ਕ੍ਰੀਏਟ ਕੀਤੀਆਂ ਸੀ, ਜਿਹਦੀ ਵਜ੍ਹਾ ਕਰਕੇ ਅੱਜ ਤੱਕ ਇਹ ਡੈਮੋਕ੍ਰੈਟਿਕ ਪ੍ਰੋਸੈਸ ਜਿਹੜਾ ਵਾ ਉਹ ਚੱਲ ਰਿਹਾ, ਉਹ ਚੱਲਦਾ ਜਾ ਰਿਹਾ। ਭਾਵੇਂ ਕਿ ਹੁਣ ਮੌਜੂਦਾ ਸਮੇਂ 'ਚ ਉਹਦੇ ਵਿੱਚ ਬਹੁਤ ਸਾਰੇ ਵੱਡੇ ਚੈਲੰਜ ਸਾਡੇ ਸਾਹਮਣੇ ਆ ਰਹੇ। ਸੋ ਮੇਰਾ ਕਹਿਣ ਤੋਂ ਭਾਵ ਹੈਗਾ, ਅਮਰੀਕਾ ਦੇ ਵਿੱਚ ਜਿਹੜੀ ਹੈਗੀ ਆ ਉਹ ਲੰਮੇ ਸਮੇਂ ਤੋਂ ਚੱਲਦੀ ਡੈਮੋਕ੍ਰੇਸੀ ਇੰਸਟੀਟਿਊਸ਼ਨਲਾਈਜ਼ ਹੋ ਕੇ, ਤੁਸੀਂ ਦੇਖੋ ਸੁਪਰੀਮ ਕੋਰਟ ਦਾ ਰੋਲ ਉੱਥੇ ਜਿਹੜਾ ਹੈਗਾ, ਸੁਪਰੀਮ ਕੋਰਟ ਦੇ ਜੱਜ ਦੇ ਮੂੰਹੋਂ ਨਿਕਲੀ ਗੱਲ ਜਿਹੜੀ ਉਹ ਫਾਈਨਲ ਹੁੰਦੀ ਆ। ਸਾਡੇ ਆਪਣੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਇੱਕ ਸੰਵਿਧਾਨਕ ਬੈਂਚ ਜਿਹੜੀ ਆ ਉਹ ਫੈਸਲਾ ਦਿੰਦੀ ਆ, ਪਰ ਨਾਲ ਹੀ ਜਿਹੜੀ ਹੁਣ ਹੈਗੀ ਸਰਕਾਰ ਹੈਗੀ ਆ ਉਹ ਪਾਰਲੀਮੈਂਟ 'ਚ ਲਿਆ ਕੇ ਜਿਹੜਾ ਹੈਗਾ ਵਾ ਉਹਨੂੰ ਬੁਲਡੋਜ਼ ਕਰਨ ਦੀ ਕੋਸ਼ਿਸ਼ ਕਰਦੀ, ਰਾਦਰ ਕਰ ਵੀ ਦਿੰਦੀ ਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਡੈਮੋਕ੍ਰੈਟਿਕ ਪ੍ਰੋਸੈਸ, ਡੈਮੋਕ੍ਰੇਸੀ ਡਿਪੈਂਡ ਕਰਦੀ ਆ ਕਿ ਜਿਹੜੇ ਰਾਜ ਕਰਦੇ ਆ ਉਹਨਾਂ ਦੀ ਵਿਚਾਰਧਾਰਾ ਕੀ ਆ, ਉਹਨਾਂ ਦਾ ਏਜੰਡਾ ਕੀ ਹੈਗਾ, ਤੇ ਜਾਂ ਜਿਹੜੇ ਲੋਕ ਹੈਗੇ ਆ ਉਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਸੰਸਥਾਵਾਂ ਨੂੰ ਬਚਾਉਣਾ ਚਾਹੁੰਦੇ ਆ, ਜਾਂ ਸੰਸਥਾਵਾਂ ਨੂੰ ਹੋਰ ਤਗੜਾ ਕਰਨਾ ਚਾਹੁੰਦੇ ਆ, ਜਾਂ ਉਹੀ ਕਈ ਵਾਰੀ ਜਿਹੜਾ ਹੈਗਾ ਵਾ ਉਹ ਸੰਸਥਾਵਾਂ ਨੂੰ ਕੁਝ ਹਿੱਸਾ ਜਿਹੜਾ ਬੁਲਡੋਜ਼ ਕਰਨਾ ਸ਼ੁਰੂ ਕਰ ਦਿੰਦੇ। ਦੂਸਰਾ, ਡੈਮੋਕ੍ਰੇਸੀ ਦੇ ਵਿੱਚ ਇੱਕ ਪ੍ਰੈਸ ਦਾ ਬਹੁਤ ਵੱਡਾ ਰੋਲ ਹੁੰਦਾ, ਜਿਹਨੂੰ ਚੌਥਾ ਸਤੰਭ ਕਿਹਾ ਜਾਂਦਾ। ਔਰ ਚੌਥੇ ਸਤੰਭ ਜਿਹੜਾ ਹੈਗਾ, ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਚੌਥਾ ਸਤੰਭ ਜਿਹੜਾ ਵਾ ਰੋਲ ਪਲੇ ਕਰਦਾ ਵਾ, ਤੇ ਇੰਡੀਆ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ 7-8 ਸਾਲ ਤੋਂ ਉਹ ਜਿਹੜਾ ਚੌਥੇ ਸਤੰਭ ਦਾ ਰੋਲ ਸੀਗਾ ਉਹਦੇ ਉੱਤੇ ਵੀ ਕਾਫੀ ਕੁਐਸਚਨ ਮਾਰਕ ਆ ਰਹੇ ਆ। ਸਾਡੀ ਇੱਕ ਹੋਰ ਸਮੱਸਿਆ ਇਹ ਹੈ ਕਿ ਸਾਡਾ ਪਾਰਲੀਮੈਂਟਰੀ ਨਿਜ਼ਾਮ ਜਿੱਥੇ ਚੰਗਾ ਹੈ ਡੈਮੋਕ੍ਰੇਸੀ ਨੂੰ ਸਟਰੈਂਥਨ ਕਰਨ ਵਾਸਤੇ, ਉੱਥੇ ਹੁਣ ਸਾਡੇ ਲਈ ਚੈਲੰਜ ਵੀ ਖੜਾ ਕਰ ਰਿਹਾ, ਕਿਉਂਕਿ ਲੈਜਿਸਲੇਚਰ ਤੇ ਐਗਜ਼ੈਕਟਿਵ ਜਿਹੜੀ ਹੈਗੀ ਆ ਉਹ ਇੱਕੇ ਪਾਰਟੀ ਦੇ ਕੋਲ, ਜਾਂ ਹੁਣ ਤਾਂ ਖਾਸ ਕਰਕੇ ਇੱਕੇ ਵਿਅਕਤੀ ਦੇ ਹੱਥ ਦੇ ਵਿੱਚ ਆਉਣ ਡਈ ਆ। ਔਰ ਇਹ ਲਾਰਡ ਐਕਟਨ ਦੀ ਬਹੁਤ ਫੇਮਸ ਸੇਇੰਗ ਹੈਗੀ ਆ, ਜਿਹੜੀ ਪਾਵਰ ਹੁੰਦੀ ਆ ਉਹ ਕਿਸੇ ਵੀ ਰੂਲਰ ਨੂੰ ਕਰਪਟ ਕਰਦੀ ਆ, ਤੇ ਜਿਹੜੀ ਐਬਸੋਲੂਟ ਪਾਵਰ ਹੁੰਦੀ ਆ ਉਹਨੂੰ ਐਬਸੋਲੂਟਲੀ ਕਰਪਟ ਕਰਦੀ ਆ। ਇਸ ਕਰਕੇ ਜਿਹੜੇ ਇੱਥੇ ਚੈਲੰਜਸ ਹੈਗੇ ਆ ਉਹ ਉਸ ਕਿਸਮ ਦੇ, ਇਹ ਨਹੀਂ ਵੀ ਅਮਰੀਕਾ 'ਚ ਚੈਲੰਜ ਨਹੀਂ ਹੈਗੇ। ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ, ਟਰੰਪ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਖਾਸ ਕਰਕੇ ਜਿਹੜੇ ਲਾਅ ਮੇਕਿੰਗ ਜਿਹੜੀ ਬਿਲਡਿੰਗ ਸੀ ਉਹਨਾਂ ਦੀ, ਕਾਂਗਰਸ ਦੀ ਬਿਲਡਿੰਗ ਸੀ, ਉਹਦੇ ਵਿੱਚ ਕਿਸ ਕਿਸਮ ਦਾ ਵਰਤਾਰਾ ਕੀਤਾ ਸੀਗਾ, ਜਾਂ ਉਹ ਕਿਸ ਕਿਸਮ ਦਾ ਜਿਹੜਾ ਹੈਗਾ ਸੀ ਉਹਨਾਂ ਦਾ ਰਿਸਪੌਂਸ ਹੁੰਦਾ ਸੀ ਜਿਹੜੇ ਪਬਲਿਕ ਇਸ਼ੂਜ਼ ਹੁੰਦੇ ਸੀਗੇ। ਪਰ ਉੱਥੇ ਤਾਂ ਲੋਕਾਂ ਨੇ ਤੁਸੀਂ ਦੇਖੋ ਕਿ ਉਸ ਨਿਜ਼ਾਮ ਨੂੰ ਲਾਂਭੇ ਕਰ ਦਿੱਤਾ, ਉਸ ਰੂਲਰ ਨੂੰ ਲਾਂਭੇ ਕਰ ਦਿੱਤਾ। ਦੂਸਰੇ ਪਾਸੇ ਹੁਣ ਇਸ ਵੇਲੇ ਜੇ ਇੰਡੀਆ ਦੇ ਤੌਰ ਤੇ ਦੇਖਿਆ ਜਾਵੇ ਤਾਂ ਮੈਨੂੰ ਤਾਂ ਲੱਗਦਾ ਕਿ ਕੰਸਰਨ ਹੈਗਾ ਲੋਕਾਂ ਦਾ ਕਿ ਜੇ ਸੰਸਥਾਵਾਂ ਨੂੰ, ਡੈਮੋਕ੍ਰੇਸੀ ਨੂੰ, ਕਿਉਂਕਿ ਇੱਕ ਸਵਾਲ ਖੜੇ ਹੋ ਰਹੇ ਆ ਕਿ ਹੁਣ ਸਾਡੀ ਡੈਮੋਕ੍ਰੇਸੀ ਬਹੁਤ ਹੀ ਇੱਕ ਡੇਂਜਰਸ ਦੌਰ 'ਚ ਨਿਕਲ ਰਹੀ ਆ। ਇਦਾਂ ਦਾ ਡੇਂਜਰਸ ਦੌਰ ਜਿਹੜਾ ਸੀ ਉਹ ਐਮਰਜੈਂਸੀ ਦੇ ਵਿੱਚ ਆਇਆ ਸੀਗਾ 1975 ਦੇ ਵਿੱਚ, ਜਦੋਂ ਸੰਸਥਾਵਾਂ ਨੂੰ ਬੁਲਡੋਜ਼ ਕੀਤਾ ਗਿਆ ਸੀਗਾ, ਜਾਂ ਸਾਰੀਆਂ ਪਾਵਰ ਜਿਹੜੀਆਂ ਇੱਕ ਲੀਡਰ ਨੇ ਆਪਣੇ ਹੱਥ 'ਚ ਲੈ ਲਈਆਂ ਸੀਗੀਆਂ। ਉਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜੱਜਿਸ ਨੂੰ ਜਿਹੜਾ ਹੈਗਾ ਸੀ, ਉਹਦੀ ਸੀਨੀਅਰ ਜੱਜ ਦੀ ਅਪਾਇੰਟਮੈਂਟ ਦੇ ਵੇਲੇ ਵੀ ਸੀਨੀਅਰਿਟੀ ਇਗਨੋਰ ਕੀਤੀ ਗਈ ਸੀ। ਈਵਨ ਜਿਹੜਾ ਸਾਡੀ ਫੌਜ ਸੀਗੀ ਉਹਦੇ ਵਿੱਚ ਵੀ ਜਿਹੜਾ ਚੀਫ ਆਫ ਦਾ ਸਟਾਫ ਸੀਗਾ ਉਹਨੂੰ ਵੀ ਆਊਟ ਆਫ ਦੀ ਵੇ ਜਾ ਕੇ ਜਿਹੜਾ ਸੀਗਾ ਉਹ ਬਣਾਇਆ ਗਿਆ ਸੀਗਾ। ਇਸੇ ਕਿਸਮ ਦੇ ਹਾਲਾਤ ਹੁਣ ਲੱਗਦਾ, ਭਾਵੇਂ ਉਹ ਨੇਚਰ ਤਾਂ ਨਹੀਂ ਹੈ, ਪਰ ਜਿਹੜੇ ਕਿਸਮ ਦੇ ਉੱਥੇ ਖਾਸ ਕਰਕੇ ਰਾਜਨੀਤੀ ਹੋ ਰਹੀ ਆ,
ਤੇ ਇਸ ਵੇਲੇ ਚੈਲੰਜ ਲੱਗਦਾ, ਡਿਪੈਂਡ ਲੋਕਾਂ ਦੇ ਕਰਦਾ ਕਿ ਲੋਕੀ ਇਸ ਸਿਚੁਏਸ਼ਨ ਨੂੰ ਕਿੱਦਾਂ ਰਿਸਪੌਂਡ ਕਰਦੇ ਆ। ਇੰਡੀਆ ਦੇ ਵਿੱਚ 1952 ਤੋਂ ਲੈ ਕੇ ਜਾਂ 1950 ਤੋਂ ਲੈ ਕੇ ਸਾਰੀਆਂ ਮੁਸ਼ਕਲਾਂ ਹੋਣ ਦੇ ਬਾਵਜੂਦ ਵੀ, ਭੁੱਖ ਨੰਗ ਹੋਣ ਦੇ ਬਾਵਜੂਦ ਵੀ, ਗਰੀਬੀ ਹੋਣ ਦੇ ਬਾਵਜੂਦ ਵੀ, ਇਗਨੋਰੈਂਸ ਹੋਣ ਦੇ ਬਾਵਜੂਦ ਵੀ, ਧਰਮ ਰਾਜਨੀਤੀ ਵੰਡੀਆਂ ਹੋਣ ਦੇ ਬਾਵਜੂਦ ਵੀ, ਡਿਵਰਸਿਟੀ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਅਸਲ ਦੇ ਵਿੱਚ ਡੈਮੋਕ੍ਰੇਸੀ, ਜਦੋਂ ਵੀ ਉਹਨਾਂ ਦਾ ਇਮਤਿਹਾਨ ਹੋਇਆ ਉਹਨਾਂ ਨੇ ਡੈਮੋਕ੍ਰੇਸੀ ਨੂੰ ਬਚਾਇਆ ਹੈ। ਤੇ ਇਸ ਕਰਕੇ ਇਹ ਸਾਰੀ ਸਿਚੁਏਸ਼ਨ ਸਾਡੇ ਸਾਰਿਆਂ ਦੇ ਸਾਹਮਣੇ ਇਸ ਵੇਲੇ ਹੈਗੀ ਆ। ਜੀ ਸੇਖੋਂ ਸਾਹਿਬ, ਅਸੀਂ ਹਮੇਸ਼ਾ ਇਹ ਜਾਣਦੇ ਹਾਂ ਕਿ ਹਰ ਜਨਰੇਸ਼ਨ ਡੈਮੋਕ੍ਰੇਸੀ ਨੂੰ ਆਪਣੇ ਤਰੀਕੇ ਨਾਲ ਡਿਫਾਈਨ ਕਰਦੀ ਹੈ, ਆਪਣੇ ਤਰੀਕੇ ਨਾਲ ਉਹਦੀ ਪਰਿਭਾਸ਼ਾ ਘੜ ਲੈਂਦੀ ਹੈ ਜੋ ਸਮੇਂ ਦੀ ਜ਼ਰੂਰਤ ਹੁੰਦੀ ਹੈ। ਪਰ ਇੱਕ ਬੇਸਿਕ ਪਰਿਭਾਸ਼ਾ ਡੈਮੋਕ੍ਰੇਸੀ ਦੀ ਉਹੀ ਰਹਿੰਦੀ ਹੈ ਕਿ ਹਿਊਮਨ ਰਾਈਟਸ ਦੀ ਗੱਲ ਅਸੀਂ ਕਰਦੇ ਹਾਂ। ਤੁਸੀਂ ਗੱਲ ਕੀਤੀ ਕਿ ਲੋਕਾਂ ਦੇ ਦੁਆਲੇ ਘੁੰਮਦੀ ਹੈ ਡੈਮੋਕ੍ਰੇਸੀ ਕਿਤੇ ਵੀ ਹੋਵੇ, ਕਿਉਂਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜੋ ਲੋਕਾਂ ਵਾਸਤੇ ਕੰਮ ਕਰਦੀ ਹੈ। ਅੱਜ ਦੇ ਦੌਰ ਦੇ ਵਿੱਚ ਜੇ ਅਸੀਂ ਦੇਖੀਏ, ਡੈਮੋਕ੍ਰੇਸੀ ਦੀ ਵੀ ਗੱਲ ਕਰਦੇ ਪਏ ਹਾਂ, ਸੰਵਿਧਾਨ ਦੀ ਵੀ ਗੱਲ ਕਰਦੇ ਪਏ ਹਾਂ, ਪਰ ਪ੍ਰੈਕਟੀਕਲੀ ਜੋ ਹੋ ਰਿਹਾ ਉਹਦੇ ਉੱਤੇ ਕੁਐਸਚਨ ਮਾਰਕ ਲੱਗਦਾ ਪਿਆ, ਜਿਸ ਤਰ੍ਹਾਂ ਤੁਸੀਂ ਫਰਮਾਇਆ ਹੈ ਆਪਣੀ ਸਾਰੀ ਗੱਲਬਾਤ ਦੇ ਵਿੱਚ। ਸੋ ਅੱਜ ਦੇ ਮਾਹੌਲ ਦੇ ਵਿੱਚ ਦੇਖੀਏ ਤਾਂ ਭਾਰਤ ਦੇ ਵਿੱਚ ਭਾਰਤ ਦੇ ਲੋਕ ਕਿੱਥੇ ਖੜੇ ਨੇ? ਕੌਨਸਟੀਟਿਊਸ਼ਨ ਤੇ ਉਹਨਾਂ ਨੂੰ ਖੜਾ ਕਰਦਾ ਇੱਕ ਪਲੇਸ ਦੇ ਉੱਤੇ, ਪਰ ਮੌਜੂਦਾ ਹਾਲਾਤ, ਪੋਲੀਟੀਕਲ ਹਾਲਾਤ ਜੋ ਬਣੇ ਹੋਏ ਨੇ, ਭਾਰਤ ਦੇ ਲੋਕ ਕਿੱਥੇ ਖੜੇ ਨੇ? ਤਾਂ ਕਿ ਅਸੀਂ ਗੱਲ ਕਰੀਏ ਕਿ ਜੋ ਦਿੱਲੀ ਦੇ ਵਿੱਚ ਸੇਵਾਵਾਂ ਦਾ ਆਰਡੀਨੈਂਸ ਪਾਸ ਹੋਇਆ ਹੈ, ਸੁਪਰੀਮ ਕੋਰਟ ਦੀ ਜਜਮੈਂਟ ਕੁਝ ਕਹਿੰਦੀ ਹੈ ਔਰ ਲੋਕ ਸਭਾ ਦੇ ਵਿੱਚ ਮਤਾ ਪਾਸ ਕਰਕੇ ਕੁਝ ਹੋਰ ਸਾਹਮਣੇ ਆਇਆ ਹੈ, ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਬੁਲਡੋਜ਼ ਕੀਤਾ ਜਾਂਦਾ ਹੈ ਸੁਪਰੀਮ ਕੋਰਟ ਦੇ ਜਜਮੈਂਟ ਨੂੰ ਵੀ। ਤੇ ਅੱਜ ਦੇ ਦੌਰ ਦੇ ਵਿੱਚ ਜੇ ਅਸੀਂ ਦਿੱਲੀ ਦੇ ਵਿੱਚ ਜਿਹੜਾ ਸੇਵਾਵਾਂ ਦਾ ਆਰਡੀਨੈਂਸ ਪਾਸ ਹੋਇਆ ਔਰ ਲਾਗੂ ਹੋਣ ਜਾ ਰਿਹਾ, ਉਸ ਕੰਟੈਕਸਟ ਵਿੱਚ ਦੇਖੀਏ ਤਾਂ ਲੋਕ ਕਿੱਥੇ ਖੜੇ ਨੇ ਭਾਰਤ ਦੇ, ਭਾਰਤ ਦਾ ਸੰਵਿਧਾਨ ਕਿੱਥੇ ਖੜਾ ਹੈ, ਸੁਪਰੀਮ ਕੋਰਟ ਕਿੱਥੇ ਖੜਾ ਹੈ ਤੇ ਰਾਜਨੀਤੀ ਕੀ ਕਰ ਰਹੀ ਹੈ? ਸੇਖੋਂ ਸਾਹਿਬ, ਮੇਰੇ ਖਿਆਲ ਹੈ ਕਿ ਲੋਕ ਆਪਣਾ ਰਿਸਪੌਂਡ ਕਰਨਗੇ, ਰਿਸਪੌਂਸ ਦੇਣਗੇ। ਤੁਸੀਂ ਦੇਖਿਆ ਹੋਣਾ ਕਿ 1986 ਦੇ ਵਿੱਚ ਸ਼ਾਹਬਾਨੋ ਕੇਸ ਆਇਆ ਸੀਗਾ, ਜਿੱਥੇ ਸੁਪਰੀਮ ਕੋਰਟ ਨੇ ਬਹੁਤ ਕਲੀਅਰ ਕੱਟ ਮੈਂਡੇਟ ਦਿੱਤਾ ਸੀਗਾ ਇਨ ਫੇਵਰ ਆਫ ਸ਼ਾਹਬਾਨੋ। ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਜਿਹਨੇ 1984-85 ਦੇ ਵਿੱਚ ਜਿਹਨੂੰ 400 ਤੋਂ ਪਲੱਸ ਸੀਟਾਂ ਮਿਲ ਗਈਆਂ ਸੀਗੀਆਂ, ਉਸਨੇ ਵੀ ਉਸ ਜਿਹੜਾ ਹੈਗਾ ਸੀ ਸੁਪਰੀਮ ਕੋਰਟ ਦੇ ਡਿਸੀਜਨ ਨੂੰ, ਕਿਉਂਕਿ ਡੈਮੋਕ੍ਰੇਸੀ ਹੈਗੀ ਆ ਤੇ ਇਹਦੇ ਵਿੱਚ ਜਿਹੜੀ ਹੈਗੀ ਆ, ਜਿਹੜੀ ਲੈਜਿਸਲੇਚਰ ਹੈਗੀ ਆ, ਕਿਉਂਕਿ ਉੱਥੇ ਲੋਕਾਂ ਦੀ ਨੁਮਾਇੰਦਗੀ ਹੁੰਦੀ ਸਿੱਧੇ ਤੌਰ ਤੇ, ਉਹ ਸੁਪਰੀਮ ਹੁੰਦੀ ਆ। ਔਰ ਰਾਜੀਵ ਗਾਂਧੀ ਨੇ ਵੀ ਉਹ ਲਿਆ ਕੇ ਜਿਹੜਾ ਹੈਗਾ ਸੀ ਆਰਡੀਨੈਂਸ ਲਿਆਂਦਾ, ਉਸ ਤੋਂ ਬਾਅਦ ਫਿਰ ਲਾਅ ਕਰਕੇ ਉਹਨੂੰ ਨਲੀਫਾਈ ਕਰ ਦਿੱਤਾ ਸੀਗਾ ਜੀ। ਇਸ ਕਰਕੇ ਤੁਸੀਂ ਬਾਅਦ ਚ ਦੇਖੋ ਵੀ ਉਹ ਫਿਰ ਕੀ ਹਾਲ ਹੋਇਆ, ਲੋਕਾਂ ਨੇ ਕਿੱਦਾਂ ਰਿਸਪੌਂਡ ਕੀਤਾ 89 ਦੇ ਵਿੱਚ, ਜਦੋਂ ਕਿ ਉਸ ਸਮੇਂ ਦੇ ਵਿੱਚ ਕੋਈ ਬਹੁਤ ਵੱਡਾ ਪ੍ਰੀ ਪੋਲ ਅਲਾਇੰਸ ਵੀ ਨਹੀਂ ਸੀ ਬਣਿਆ ਸੀ। ਤੁਸੀਂ ਗੱਲ ਇਹ ਕੀਤੀ ਕਿ ਜਿਹੜਾ ਖਾਸ ਕਰਕੇ ਮੈਨੂੰ ਲੱਗਦਾ ਵੀ ਬਹੁਤ ਅਨਫੋਰਚੂਨੇਟ ਹੈਗਾ, ਡੈਮੋਕ੍ਰੇਸੀ ਦੇ ਵਿੱਚ ਜਿਹੜੀ ਸਪਿਰਿਟ ਹੈਗੀ ਆ ਉਹ ਹੈਗੀ ਆ ਗਿਵਿੰਗ ਸਪੇਸ ਟੂ ਅਦਰਸ, ਕ੍ਰੀਏਟ ਸਪੇਸ ਫਾਰ ਅਦਰਸ, ਵਨ ਫਾਰ ਆਲ ਤੇ ਆਲ ਫਾਰ ਵਨ, ਜਿਹੜੀ ਆ ਇਹ ਸਪਿਰਿਟ ਹੁੰਦੀ ਆ ਡੈਮੋਕ੍ਰੈਟਿਕ ਪ੍ਰੋਸੈਸ ਦੀ, ਡੈਮੋਕ੍ਰੈਟਿਕ ਸਿਸਟਮ ਦੀ। ਔਰ ਖਾਸ ਕਰਕੇ ਸਾਡੇ ਵਰਗੇ ਦੇਸ਼ ਦੇ ਵਿੱਚ ਤੁਸੀਂ ਦੇਖੋ ਕਿੰਨੀ ਡਿਵਰਸਿਟੀ ਹੈਗੀ ਆ, ਤਾਮਿਲਨਾਡੂ ਹੈ, ਕੇਰਲਾ ਹੈ, ਕਰਨਾਟਕਾ ਹੈ, ਆਂਧਰਾ ਹੈ, ਜਾਂ ਨਾਰਥ ਈਸਟ ਦਾ ਸਾਡੇ ਨਾਰਥ ਦੇ ਨਾਲ ਕੀ ਸੰਬੰਧ ਹੈਗਾ ਜੀ। ਇੰਡੀਆ ਦਾ ਜਿਹੜਾ ਹੈਗਾ ਵਾ ਉਹਦਾ ਕਿਸੇ ਨਾ ਹਿਸਟਰੀ ਇੱਕ ਹੈਗੀ ਆ, ਨਾ ਕਲਚਰ ਇੱਕ ਹੈਗੀ। ਸਾਡਾ ਤਾਂ ਜਰਨੀ ਬਹੁਤ ਵਧੀਆ ਸੀਗੀ, ਸਾਡੀ ਤਾਂ ਯੂਨਿਟੀ ਇਨ ਡਿਵਰਸਿਟੀ ਵਾਲੀ ਸੀ। ਮੈਂ ਕਹਿਣ 'ਚ ਕੋਈ ਹਰਜ ਨਹੀਂ ਹੈ ਜੇ ਸਟੂਡੈਂਟ ਆਫ ਪੋਲੀਟੀਕਲ ਸਾਇੰਸ ਕਿ ਜਿਹੜਾ ਨਹਿਰੂ ਦਾ ਏਰਾ ਸੀਗਾ, ਨਹਿਰੂ ਇਜ਼ ਦਾ ਨੇਸ਼ਨ ਬਿਲਡਰ ਔਰ ਨਹਿਰੂ ਵਿਲ ਰਿਮੇਨ ਦਾ ਨੇਸ਼ਨ ਬਿਲਡਰ। ਅੱਜ ਬਹੁਤ ਸਾਰੇ ਜੋ ਇਹਨਾਂ ਦੇ ਕਈ ਲੀਡਰ ਲੰਡੂ ਪੱਚੂ ਜਿਹੜੇ ਸਵਾਲ ਉੱਠਦੇ ਆ ਕਿ ਉਹ ਫਲਾਨਾ ਕੰਮ ਕਿਦਾਂ ਹੋ ਗਿਆ, ਪਾਰਟੀਸ਼ਨ ਪੋਲੀਟੀਕਲ ਹੈ। ਨਾਓ ਵੀ ਹੈਵ ਬਿਕਮ ਟੂ ਪੋਲੀਟੀਕਲ। ਔਰ ਮੈਨੂੰ ਤੇ ਲੋਕਾਂ ਦੇ ਇੰਨੀ ਜ਼ਿਆਦਾ ਆਸ ਹੈਗੀ ਆ ਕਿ ਉਹ ਜਿਹੜੀਆਂ ਇਹੋ ਜਿਹੀਆਂ ਟੈਂਡੈਂਸੀਜ਼ ਨੂੰ ਬਹੁਤ ਤਕੜਾ ਸਬਕ ਸਿਖਾਉਣਗੇ। ਇਹ ਠੀਕ ਹੈਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਗਵਰਨੈਂਸ ਦਾ ਕ੍ਰਾਈਸਿਸ ਸੀਗਾ, ਇਹ ਠੀਕ ਹੈਗਾ ਕਿ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਡੀਜਨਰੇਸ਼ਨ ਆ ਗਈ ਸੀ, ਕਾਂਗਰਸ ਦੇ ਵਿੱਚ ਖਾਨਦਾਨੀ ਜਿਹੜੇ ਲੀਡਰ ਸੀ ਉਹਨਾਂ ਦਾ ਦਬਦਬਾ ਹੋ ਗਿਆ ਸੀਗਾ, ਕਾਂਗਰਸ ਦੇ ਵਿੱਚ ਜਿਹੜਾ ਹੈਗਾ ਸੀਗਾ ਡਿਸੀਜਨ ਲੈਣ ਦਾ ਜਿਹੜਾ ਖਾਸ ਕਰਕੇ ਜਿਹੜੀ ਪਾਵਰ ਦਾ ਜਿਹੜਾ ਸੈਂਟਰ ਸੀ ਉਹ ਕਿਤੇ ਹੋਰ ਸੀਗਾ ਤੇ ਅਕਾਊਂਟੇਬਿਲਿਟੀ ਕਿਤੇ ਹੋਰ ਸੀਗੀ ਉਸ ਸਮੇਂ ਦੇ ਵਿੱਚ, ਜਿਹੜਾ ਕਿ ਪਿਛਲੇ ਸਮੇਂ ਤੋਂ ਖਾਸ ਕਰਕੇ ਜੇ ਕਰਨਾਟਕਾ ਦੀ ਇਲੈਕਸ਼ਨ ਤੋਂ ਜਾਂ ਜਿੱਦਾਂ ਪ੍ਰਧਾਨ ਦੀ ਇਲੈਕਸ਼ਨ ਹੋਈ ਆ, ਮੈਨੂੰ ਲੱਗਦਾ ਇਹ ਉਹਦੇ ਵਿੱਚੋਂ ਥੋੜਾ ਜਿਹਾ ਉਹ ਪਾਸੇ ਵੱਲ ਫਰਕ ਪਿਆ। ਜਾਂ ਕਾਂਗਰਸ ਦੇ ਵਿੱਚ ਜਿਹੜਾ ਖਾਸ ਕਰਕੇ ਪੰਜਾਬ ਦਾ ਇਲਾਕਾ ਵੇਖ ਲਿਆ ਵੀ ਜੋ ਕਾਂਗਰਸ ਦਾ ਲੀਡਰ ਸੀ ਜਿਹੜਾ ਲੋਕਾਂ ਦੀ ਨਫ਼ਰਤ ਦਾ ਪਾਤਰ ਸੀ ਉਹ ਦੂਸਰੇ ਪਾਸੇ ਵੱਲ ਚਲੇ ਗਿਆ। ਇਹ ਬੀਜੇਪੀ ਨੂੰ ਡਾਈਜੈਸਟ ਕਰਨਾ ਚਾਹੀਦਾ ਸੀ, ਇਹ ਬਹੁਤ ਗਲਤ ਹੈ। ਕੱਲ ਨੂੰ ਜ਼ਰੂਰੀ ਨਹੀਂ ਕਿ ਬੀਜੇਪੀ ਨੇ ਸੈਂਟਰ ਦੇ ਵਿੱਚ ਰਹਿਣਾ, ਹੋ ਸਕਦਾ ਕੱਲ ਨੂੰ ਕਾਂਗਰਸ ਪਾਰਟੀ ਸੈਂਟਰ ਦੇ ਵਿੱਚ ਆ ਜਾਏ ਔਰ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਜਾਵੇ ਤੇ ਫਿਰ ਜਿਹੜਾ ਖਮਿਆਜਾ ਤਾਂ ਭੁਗਤਣਾ ਪਊਗਾ।
ਇਹ ਤਾਂ ਜੀ ਪੰਜਾਬੀ ਦੀ ਕਹਾਵਤ ਹੈਗੀ ਆ, ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ। ਹੂੰ ਹੱਥਾਂ ਦੀਆਂ ਜਿਹੜੀਆਂ ਹੈਗੀਆਂ ਵਾ ਮੂੰਹ ਦੇ ਨਾਲ ਖੋਲਣੀਆਂ ਪੈ ਰਹੀਆਂ। ਇਹ ਸ਼ਾਰਟ ਟਰਮ ਜਿਹੜਾ ਗੇਮ ਨੂੰ ਸਾਹਮਣੇ ਰੱਖ ਕੇ, ਜਾਂ ਇੱਕ ਬੰਦਾ ਜਾਂ ਇੱਕ ਜਿਹੜਾ ਹੈਗਾ ਆਪਣੀ ਜਿਹੜੀ ਜਿਹਨੂੰ ਕਹਿੰਦੇ ਨਾ ਨੱਕ ਦਾ ਸਵਾਲ ਹੈਗਾ, ਉਹਨੂੰ ਸਾਹਮਣੇ ਰੱਖ ਕੇ ਜਿਹੜਾ ਹੈਗਾ ਕਿ ਮੈਨੂੰ ਇਹ ਸਾਰਾ ਕੁਝ ਹੋ ਰਿਹਾ। ਤੁਸੀਂ ਜਿਹੜੀ ਹੈਗੀ ਤੁਹਾਡੀ ਲੈਜਿਸਲੇਚਰ ਹੈਗੀ ਉਹਦਾ ਮਜ਼ਾਕ ਬਣਾ ਰਹੇ ਹੋ। ਤੁਸੀਂ ਜਿਹੜੀਆਂ ਉਹਦੀਆਂ ਕਮੇਟੀਆਂ ਹੈਗੀਆਂ ਵਾ, ਜਿਹੜੀਆਂ ਸਿਲੈਕਟ ਕਮੇਟੀਆਂ ਹੈਗੀਆਂ, ਉਹਦਾ ਮਜ਼ਾਕ ਬਣ ਰਿਹਾ ਹੈ। ਇਹ ਬਹੁਤਾ ਲੰਮਾ ਸਮਾਂ ਨਹੀਂ ਚੱਲਣ ਵਾਲਾ। ਬਹੁਤ ਕਲੀਅਰ ਹੈਗਾ ਕੀ ਫਰਕ ਪੈਂਦਾ ਸੀਗਾ। ਇਹ ਗੱਲ ਠੀਕ ਹੈਗਾ ਵੀ ਕੇਜਰੀਵਾਲ ਦਾ ਵੀ ਬਿਹੇਵੀਅਰ ਬਹੁਤਾ ਠੀਕ ਨਹੀਂ ਹੈ। ਉਹ ਜੀ ਵੀ ਬਚਕਾਨਾ ਹਰਕਤਾਂ ਤੋਂ ਬਾਜ ਨਹੀਂ ਆਉਂਦਾ। ਹੂੰ ਤੁਸੀਂ ਸ਼ੀਲਾ ਦੀਕਸ਼ਿਤ ਰਹੀ, ਉਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੀ ਹੈਗੀ ਸੀਗੀ। ਇਹਨੇ ਵੀ 5-7 ਸਾਲ ਪਹਿਲੋਂ ਕੱਢੇ, ਪਰ ਇਹ ਵੀ ਪਬਲਿਕ ਸਟੈਂਟ ਦੇ ਤੌਰ ਦੇ ਉੱਤੇ, ਨਰੇਟਿਵ ਜਿਹੜੀ ਬਣਾਉਣ ਦੇ ਤੌਰ ਦੇ ਉੱਤੇ, ਜਾਂ ਨਿੱਕੀ ਗੱਲ ਨੂੰ ਬਹੁਤ ਵੱਡੀ ਕਰਨ ਦੇ ਤੌਰ ਦੇ ਉੱਤੇ, ਜਾਂ ਇਹੀ ਬਣਾਉਣ ਦੇ ਵਿੱਚ ਵੀ ਮੈਂ ਹੀ ਜਿਹੜਾ ਇਸ ਦੇਸ਼ ਦੇ ਵਿੱਚ ਜਿਹੜਾ ਇਮਾਨਦਾਰ ਬੰਦਾ ਹੈ। ਇਮਾਨਦਾਰ ਬੰਦੇ ਨੂੰ ਆਪਣੇ ਆਪ ਨੂੰ ਇਮਾਨਦਾਰ ਕਹਿਣ ਦੀ ਲੋੜ ਨਹੀਂ ਹੁੰਦੀ। ਇਹ ਛੁਟਕਾਨਾਪਣ ਹੁੰਦਾ ਵਾ, ਇਹ ਬਚਕਾਨਾ ਹੁੰਦਾ ਰਾਜਨੀਤੀ ਦੇ ਵਿੱਚ ਹੈ। ਇਸ ਕਰਕੇ ਉਹ ਇੱਕ ਕਿਸਮ ਦੀ ਨਵੀਂ ਕਿਸਮ ਦੀ ਟਸਲ ਸ਼ੁਰੂ ਹੋ ਗਈ, ਨਵੀਂ ਕਿਸਮ ਦੀ ਟੈਨਸ਼ਨ ਸ਼ੁਰੂ ਹੋ ਗਈ। ਹਰ ਰੋਜ਼ ਤੁਸੀਂ ਕੰਮ ਚਲਾਉਣਾ, ਯੂ ਆਰ ਦੇਅਰ ਟੂ ਸਰਵ ਦਾ ਪੀਪਲ ਆਫ ਦਿੱਲੀ। ਤੁਸੀਂ ਕਿਉਂ ਇਹਨੂੰ ਪ੍ਰੈਸਟੀਜ ਬਣਾਉਂਦੇ ਜੋ ਕਿ ਮੈਂ ਹੀ ਇਹ ਕੰਮ ਕਰਾਂ। ਜਿਹੜੀ ਮੈਂ ਆ ਨਾ ਰਾਜਨੀਤੀ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ, ਸਭ ਤੋਂ ਵੱਡੀ ਵਿਅਕਤੀ ਦੀ, ਲੀਡਰ ਦੀ, ਜਾਂ ਉਸ ਪਾਰਟੀ ਦੀ ਸਭ ਤੋਂ ਵੱਡੀ ਦੁਸ਼ਮਣ ਜਿਹੜੀ ਮੈਂ ਹੁੰਦੀ ਆ। ਇਸ ਮੈਂ ਨੇ ਕਾਂਗਰਸ ਦਾ ਪੱਠਾ ਬਿਠਾ ਲਿਆ, ਇਸ ਮੈਂ ਨੇ ਬਹੁਤ ਸਾਰੀਆਂ ਵੱਡੀਆਂ ਪਾਰਟੀਆਂ ਦਾ ਪੱਠਾ ਬਿਠਾ ਲਿਆ। ਇਸ ਮੈਂ ਨੇ, ਆਪਾਂ ਸਾਰੇ ਜਾਣਦੇ ਹਾਂ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਕੀ ਹਾਲ ਕੀਤਾ। ਇਸ ਮੈਂ ਨੇ ਕਈ ਹੋਰ ਹਰਿਆਣੇ ਦੇ ਵਿੱਚ ਜਿਹੜੀ ਮੈਂ ਵਾਲੀਆਂ ਪਾਰਟੀਆਂ ਸੀਗੀਆਂ, ਜਿਹੜੇ ਕਦੀ ਦੱਖਣ ਤੋਂ ਲੈ ਕੇ ਉੱਤਰ ਤੱਕ ਜਿਹੜਾ ਉਹਨਾਂ ਦਾ ਦਬਦਬਾ ਚੱਲਦਾ ਸੀਗਾ, ਉਹਨਾਂ ਦਾ ਕੀ ਹਾਲ ਹੋਇਆ। ਤਾਂ ਮੇਰਾ ਖਿਆਲ ਹੈ ਵੀ ਜਿਹੜਾ ਕ੍ਰਾਈਸਿਸ ਖੜਾ ਕੀਤਾ ਵਾ, ਉਹਦੇ ਵਿੱਚ ਕੇਜਰੀਵਾਲ ਵੀ ਉਨਾ ਹੀ ਜ਼ਿੰਮੇਵਾਰ ਹੈ। ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਸੀ, ਵਟ ਵਾਸ ਦਾ ਨੀਡ ਆਫ ਸੈਲੀਬ੍ਰੇਸ਼ਨ ਦੀ ਕੀ ਲੋੜ ਸੀ ਜੀ। ਤੁਸੀਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿਓ। ਕਿਉਂ ਨਹੀਂ ਤੁਸੀਂ ਮਤਲਬ ਆਪਣਾ ਕੰਮ ਚਲਾਉਣਾ ਨਾ। ਤੁਸੀਂ ਕਿਉਂ ਪਬਲਿਸਿਟੀ ਕਰਦੇ ਹੋ? ਤੁਹਾਨੂੰ ਵੀ ਪਤਾ ਕਿ ਉਹ ਯੂਨੀਅਨ ਟੈਰੀਟਰੀ ਹੈਗੀ ਆ। ਪਾਰਲੀਮੈਂਟ ਕੋਲ ਰਾਈਟ ਹੈਗਾ ਵਾ ਕਾਨੂੰਨ ਬਣਾਉਣ ਦੇ ਉੱਤੇ। ਪਾਰਲੀਮੈਂਟ ਕਾਨੂੰਨ ਬਣਾ ਸਕਦੀ ਆ। ਪਾਰਲੀਮੈਂਟ ਜਾਂ ਜਿਹੜੀ ਤੁਹਾਡੀ ਇੱਕ ਅਪਰ ਹਾਊਸ ਜਿਹੜਾ ਹੈਗਾ ਰਾਜ ਸਭਾ ਦਾ, ਉਹ ਕਿਸੇ ਵੀ ਸਟੇਟ ਲਿਸਟ ਦੇ ਵਿੱਚ ਕੋਈ ਵੀ ਜਿਹੜਾ ਖਾਸ ਕਰਕੇ ਸਬਜੈਕਟ ਹੈਗਾ ਵਾ, ਉਹਨੂੰ ਸਿੰਪਲ ਮੈਜੋਰਟੀ ਦੇ ਨਾਲ ਕਨਕਰੈਂਟ ਲਿਸਟ 'ਤੇ ਲਿਜਾ ਸਕਦੀ ਆ। ਜੀ ਜੀ। ਇਸਨੇ ਸਗੋਂ ਕੇਜਰੀਵਾਲ ਨੇ ਦੂਸਰੇ ਸੂਬਿਆਂ ਵਾਸਤੇ ਵੀ ਸਮੱਸਿਆ ਪੈਦਾ ਕੀਤੀ ਆ। ਜਦੋਂ ਕੋਈ ਇਸ਼ੂ ਜਿਹੜਾ ਸਟੇਟ ਲਿਸਟ ਹੁੰਦਾ ਵਾ, ਉਹ ਕਨਕਰੈਂਟ ਲਿਸਟ ਚਲੇ ਜਾਂਦਾ ਵਾ, ਉੱਥੇ ਸਟੇਟਾਂ ਤੇ ਸੈਂਟਰ ਦੋਵੇਂ ਕਾਨੂੰਨ ਬਣਾ ਸਕਦੇ ਆ। ਪਰ ਜੇ ਦੋਵਾਂ ਦੇ ਕਾਨੂੰਨਾਂ ਦੇ ਵਿੱਚ ਕੋਈ ਰਗੜਾ ਝਗੜਾ ਹੁੰਦਾ ਤੇ ਐਸ ਪਰ ਕਨਸਟੀਟਿਊਸ਼ਨ ਸੈਂਟਰ ਦਾ ਕਾਨੂੰਨ ਜਿਹੜਾ ਹੀ ਲਾਗੂ ਹੁੰਦਾ ਵਾ, ਸਟੇਟ ਦਾ ਆਪਣੇ ਆਪ ਡਿਸਅਪੀਅਰ ਹੋ ਜਾਂਦਾ। ਸ਼ਾਇਦ ਇਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਹੈ। ਕੇਜਰੀਵਾਲ ਨੇ ਵੀ ਤੇ ਕੀਤਾ ਨਾ, ਵੀ ਜਿਹੜੇ ਸਿਆਣੇ ਬੰਦੇ ਸੀਗੇ, ਜਿਹੜੇ ਪੋਲੀਟਿਕਸ ਸੀਗੇ, ਜਿਹੜੇ ਇਸ ਪਾਰਟੀ ਨੂੰ ਬਣਾਉਣ ਵਾਲੇ ਸੀਗੇ, ਜਿਨ੍ਹਾਂ ਦਾ ਕੋਈ ਏਜੰਡਾ ਸੀਗਾ, ਉਹਨਾਂ ਦੀ ਢੂਈ ਤੇ ਲੱਤ ਮਾਰ ਕੇ ਬਾਹਰ ਕੱਢ ਦਿੱਤਾ। ਔਰ ਆਪ ਇਸ ਕਿਸਮ ਦੀ ਕਰਕੇ ਸਾਰਾ ਜੋ ਵੀ ਹੈਗਾ ਸੀਗਾ ਵਾਬ ਰੋਲਾ ਕਰਕੇ, ਇਹ ਗੱਲ ਮੈਂ ਜ਼ਿੰਮੇਵਾਰੀਆਂ ਕਹਿ ਸਕਦਾ ਵੀ ਕੇਜਰੀਵਾਲ ਦੀ ਪਾਰਟੀ ਦਾ ਇਹ ਤੋਂ ਅੱਗੇ ਵਧਣਾ ਹੁਣ ਕਾਫੀ ਮੁਸ਼ਕਲ ਹੈ, ਐਕਸਪੋਜ਼ ਹੋ ਗਿਆ। ਇਹੀ ਕੇਜਰੀਵਾਲ ਜਿਹੜਾ ਸਾਰਿਆਂ ਨੂੰ ਕਹਿੰਦਾ ਸੀ ਉਹ ਕਰਪਟ ਹੈਗੇ ਆ, ਫਿਰ ਇਹ ਮਮਤਾ ਕੋ ਵੀ ਜਾ ਰਿਹਾ, ਇਹ ਨਤੀਸ਼ ਕੋ ਵੀ ਜਾ ਰਿਹਾ, ਇਹ ਤੇਜਸਵਰੀ ਕੋ ਵੀ ਜਾ ਰਿਹਾ, ਇਹ ਸਟਾਲਿਨ ਕੋ ਵੀ ਜਾ ਰਿਹਾ। ਇਹਦੇ ਪੱਲੇ ਰਿਹਾ ਕੀ ਇਸ ਤਰੀਕੇ ਨਾਲ? ਸੋ ਮੇਰਾ ਕਹਿਣ ਤੋਂ ਭਾਵ ਹੈਗਾ ਵਾ ਕਿ ਕੇਂਦਰ ਨੂੰ ਪਤਾ ਲੱਗ ਗਿਆ ਵੀ ਇਹ ਜਿੰਨਾ ਕਿ ਇਹਨੇ ਰਾਮ ਰੌਲਾ ਪਾਉਣਾ ਸੀਗਾ, ਜਾਂ ਜਿੰਨਾ ਵੀ ਤੁਸੀਂ ਇਹ ਦੇਖੋ ਨਾ, ਦੋ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੈਗੀਆਂ, ਉਹਨਾਂ ਨੇ ਬੀਜੇਪੀ ਦੀ ਸਪੋਰਟ ਕੀਤੀ ਹੈ ਰਾਜ ਸਭਾ 'ਚ। ਇੱਕ ਬਿਜੂ ਜਨਤਾ ਦਲ ਨੇ ਦਿੱਤੀ ਆ, ਜਿਹੜਾ ਪਿਛਲੇ ਲੰਮੇ ਸਮੇਂ ਤੋਂ ਚੁੱਪ ਚਪੀਤਾ ਉੜੀਸਾ ਦੇ ਵਿੱਚ ਰਾਜ ਕਰ ਰਿਹਾ ਵਾ। ਇੱਕ ਤੁਹਾਡਾ ਜਿਹੜਾ ਹੈਗਾ ਸੀ ਆਪਣਾ ਆਂਧਰਾ ਵਾਲਾ ਜਿਹੜਾ ਸੀਗਾ ਵਾਈਸ਼ ਰੈਡੀ ਦਾ ਮੁੰਡਾ ਸੀਗਾ, ਉਹਨੇ ਸਪੋਰਟ ਦੇ ਦਿੱਤੀ। ਬਾਕੀਆਂ ਨੂੰ ਪਤਾ ਸੀ ਵੀ ਇਹ ਨਹੀਂ ਹੋਣਾ। ਕਾਂਗਰਸ ਪੰਜਾਬ ਦੇ ਵਿੱਚ ਕਹਿੰਦੀ ਵੀ ਇਹ ਬੰਦੇ ਦੀ ਮਦਦ ਨਹੀਂ ਕਰਨੀ ਚਾਹੀਦੀ, ਕਿਉਂਕਿ ਬੰਦਾ ਰਿਲਾਇਬਲ ਨਹੀਂ ਹੈਗਾ, ਇਹਦੀ ਕੋਈ ਵਿਚਾਰਧਾਰਾ ਨਹੀਂ ਹੈਗੀ, ਜਾਂ ਸਵਾਏ ਪੋਲੀਟੀਕਲ ਨਟੰਕੀ ਤੋਂ ਹੋਰ ਕੁਝ ਹੈ ਹੀ ਨਹੀਂ ਉਹਦੇ ਵਿੱਚੋਂ। ਸੋ ਮੇਰਾ ਕਹਿਣ ਦਾ ਭਾਵ ਹੈਗਾ ਬੀਜੇਪੀ ਨੇ ਉਸ ਚੀਜ਼ ਦਾ ਫਾਇਦਾ ਖੱਟਿਆ। ਸੰਵਿਧਾਨਕ ਤੌਰ ਤੇ ਬੀਜੇਪੀ ਨੇ ਬਹੁਤ ਵੱਡਾ ਬਲੰਡਰ ਕੀਤਾ ਵਾ, ਇਹਦਾ ਖਮਿਆਜਾ ਇਹਨੂੰ ਭੁਗਤਣਾ ਪਊਗਾ। ਪਰ ਇਹਦੇ ਨਾਲ ਹੀ ਇਹਦੇ ਲਈ ਕੇਜਰੀਵਾਲ ਵੀ ਉਨਾ ਹੀ ਜ਼ਿੰਮੇਵਾਰ ਆ ਉਹ ਹਾਲਾਤ ਪੈਦਾ ਕਰਨ ਵਾਸਤੇ ਜਿੱਥੇ ਬੀਜੇਪੀ ਨੂੰ ਇਹ ਡਿਸੀਜਨ ਲੈਣਾ ਪਿਆ, ਜਿਹੜਾ ਕਿ ਕਹਿ ਸਕਦੇ ਆ, ਜਿੱਦਾਂ ਮੈਂ ਕਿਹਾ ਕਿ ਸਾਡੇ ਸਿਸਟਮ ਦੇ ਵਿੱਚ ਜਿਹੜੀ ਚੀਜ਼ ਹੋ ਜਾਂਦੀ ਹੈ ਉਹ ਸੰਵਿਧਾਨਕ ਬਣ ਜਾਂਦੀ ਹੈ, ਜਿਹੜੀ ਨਹੀਂ ਹੁੰਦੀ ਉਹ ਗੈਰ ਸੰਵਿਧਾਨਕ ਹੁੰਦੀ ਆ। ਸਮਝੇ ਨਾ? ਇਸ ਕਰਕੇ ਚੀਜ਼ ਹੁਣ ਹੋ ਗਈ ਆ, ਉਹ ਸੰਵਿਧਾਨਕ ਹੋ ਗਈ ਆ, ਤੇ ਇਹ ਹੁਣ ਪਾਣੀਓਂ ਪਤਲੇ ਹੋ ਗਏ, ਜਾਂ ਕਿਤੇ ਕੱਖੋਂ ਹੌਲੇ ਹੋਣ ਵਾਲਾ ਕੰਮ ਹੁਣ ਵੀ ਤੇ ਚਲਾਉਣ ਹੀ ਡਿਆ ਕੰਮ, ਹੁਣ ਵੀ ਤੇ ਚੱਲਣਾ ਹੀ ਹੈ ਨਾ।
ਤੁਸੀਂ ਹਾਂਜੀ ਲੋਕਾਂ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲਦੇ? ਜਿਹੜੀ ਮੈਂ ਵਾਲਾ ਕੰਮ ਹੈਗਾ ਨਾ, ਵੀ ਮੈਂ ਹੀ ਚੌਧਰੀ ਬਣਾ, ਮੇਰੇ ਬੰਦੇ ਹੀ ਚੌਧਰੀ ਹੋਣ, ਜਾਂ ਮੈਂ ਹੀ ਸੈਂਟਰ ਦੇ ਵਿੱਚ ਰਵਾਂ, ਮੇਰੇ ਖਿਆਲ ਇਹ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ ਸਾਡੀ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਢਾਹ ਲਾਉਣ ਦੇ ਵਿੱਚ, ਚਾਹੇ ਉਹ ਕੇਂਦਰ ਦੇ ਲੀਡਰ ਹੋਣ, ਚਾਹੇ ਉਹ ਸਟੇਟਾਂ ਦੇ ਲੀਡਰ ਹੋਣ। ਸ਼ੇਖੋ ਸਾਹਿਬ, ਹੁਣ ਆਪਾਂ ਇੱਕ ਆਖਰੀ ਪੜਾਅ ਤੇ ਆਈਏ ਆਪਣੇ ਪ੍ਰੋਗਰਾਮ ਦੇ। ਉਹ ਪੜਾਅ ਇਹ ਆ ਕਿ ਜੋ ਇਹ ਸਭ ਕੁਝ ਹੋ ਗਿਆ ਦਿੱਲੀ ਦੇ ਵਿੱਚ ਹੋਇਆ ਹੈ, ਔਰ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕੇਜਰੀਵਾਲ ਉੱਥੇ ਬੈਠੇ ਨੇ। ਹੁਣ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰ ਗੱਲ ਇਹ ਹੁੰਦੀ ਹੈ ਕਿ ਕੇਜਰੀਵਾਲ ਹੀ ਦਿੱਲੀ ਤੋਂ ਕੰਟਰੋਲ ਕਰਦੇ ਨੇ ਪੰਜਾਬ ਦਾ ਸਾਰਾ ਹਕੂਮਤ, ਸਾਰਾ ਕਾਰੋਬਾਰ ਪੰਜਾਬ ਦਾ ਕੇਜਰੀਵਾਲ ਸਾਹਿਬ ਚਲਾਉਂਦੇ ਨੇ। ਭਗਵੰਤ ਮਾਨ ਸਾਹਿਬ ਤੇ ਸਿਰਫ ਅੱਗੇ ਕੀਤੇ ਹੋਏ ਨੇ ਉਹਨਾਂ ਨੇ। ਇਹ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ। ਜੇ ਉਸੇ ਕੰਟੈਕਸਟ ਵਿੱਚ ਦੇਖਿਆ ਜਾਵੇ ਤਾਂ ਕੀ ਹੁਣ ਪੰਜਾਬ ਦੇ ਵਿੱਚ ਵੀ ਸੇਮ ਆਰਡੀਨੈਂਸ, ਸੇਮ ਰੂਲਸ ਲਾਗੂ ਕੀਤੇ ਜਾ ਸਕਦੇ ਨੇ ਔਰ ਸਾਰਾ ਕੁਝ ਸੈਂਟਰ ਦੇ ਹੱਥ ਵਿੱਚ ਚਲਾ ਜਾਏਗਾ? ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਸਾਡੇ ਗਵਰਨਰ ਸਾਹਿਬ ਔਰ ਸਾਡੇ ਸੀਐਮ ਸਾਹਿਬ ਜੋ ਪੰਜਾਬ ਦੇ ਨੇ, ਦੋਨਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਔਰ ਇਹ ਸੁਰਖੀਆਂ ਹਮੇਸ਼ਾ ਮੀਡੀਆ ਦੇ ਵਿੱਚ ਛਾਈਆਂ ਰਹਿੰਦੀਆਂ ਨੇ। ਸੋ ਪੰਜਾਬ ਦਾ ਹੁਣ ਕੀ ਅਕਸ ਬਣ ਰਿਹਾ ਹੈ? ਪੰਜਾਬ ਦੇ ਉੱਤੇ ਕੋਈ ਐਦਾਂ ਦਾ ਰੂਲ ਲਾਗੂ ਕੀਤਾ ਜਾਏਗਾ ਹੁਣ ਸੈਂਟਰ ਵੱਲੋਂ? ਕੀ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਸੇਖੋਂ ਸਾਹਿਬ? ਦੇਖੋ, ਦਿੱਲੀ ਦਾ ਤੇ ਪੰਜਾਬ ਜਿਹੜੀ ਹੈਗੀ ਕੰਪੇਅਰ, ਪੰਜਾਬ ਫੁੱਲ ਫਲੈਸ਼ ਸਟੇਟ ਹੈਗੀ ਆ, ਪਰ ਮੈਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਕਿ ਭਗਵੰਤ ਮਾਨ ਕਿਉਂ ਇੰਨਾ ਇਹਦੇ ਉੱਤੇ ਡਿਪੈਂਡੈਂਟ ਹੈਗਾ ਜੀ। ਕਿ ਹਰ ਗੱਲ ਉਹਦੇ ਵਿੱਚ। ਹੁਣ ਸਾਡਾ ਜਿਹੜਾ ਮਹੱਲਾ ਕਲੀਨਿਕ ਦਾ ਜਿਹੜਾ ਨਾਟਕ ਸ਼ੁਰੂ ਹੋ ਰਿਹਾ, ਸਾਡੇ ਤਾਂ ਆਲਰੇਡੀ 70s ਦੇ ਵਿੱਚ ਸਾਡਾ ਪਬਲਿਕ ਹੈਲਥ ਸਿਸਟਮ ਬਹੁਤ ਜ਼ਿਆਦਾ ਆਲਰੇਡੀ ਇੰਸਟੀਟਿਊਸ਼ਨਲਾਈਜ਼ ਸੀਗਾ ਜੀ ਮੇਰੇ। ਸਾਡੇ ਤਾਂ ਮੁਹੱਲੇ ਦਾ ਕਨਸੈਪਟ ਨਹੀਂ ਹੈਗਾ ਪੰਜਾਬ ਦੇ ਵਿੱਚ, ਪਰ ਕਿਉਂਕਿ ਕੇਜਰੀਵਾਲ ਦੀ ਪਬਲਿਸਿਟੀ ਮਿਲਦੀ ਹੈ, ਕੇਜਰੀਵਾਲ ਦਾ ਫਿਨੋਮੀਨਨ ਹੈਗਾ, ਕੇਜਰੀਵਾਲ ਦਾ ਏਜੰਡਾ ਉਹਨੂੰ ਲਾਗੂ ਕਰਨਾ। ਮੈਨੂੰ ਲੱਗਦਾ ਕਿ ਇੱਥੇ ਭਗਵੰਤ ਮਾਨ ਆਪਣੇ ਪੈਰਾਂ ਦੇ ਆਪ ਕੁਹਾੜੀ ਮਾਰਨ ਡਿਆ। ਗਵਰਨਰ ਨਾਲ ਪੰਗਾ ਲੈਣ ਦਾ ਸਟੇਟ ਦੇ ਵਿੱਚ ਕਨਫੈਡਰੇਸ਼ਨ ਲੈਣ ਦਾ ਕੋਈ ਫਨ ਹੀ ਨਹੀਂ ਸੀਗਾ, ਪਰ ਕਿਉਂਕਿ ਉਹ ਸਾਰੀ ਖੁੰਦਕ ਕੇਜਰੀਵਾਲ ਦਿੱਲੀ ਵਾਲੀ ਜਿਹੜੀ ਹੈਗੀ ਆ, ਉਹ ਪੰਜਾਬ ਦੇ ਗਵਰਨਰ ਤੋਂ ਕੱਢਣੀ ਚਾਹੁੰਦਾ। ਫਿਰ ਨੁਕਸਾਨ ਕਿਹਦਾ ਹੋਇਆ? ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਵੀਸੀ ਲੱਗੇ ਨੂੰ ਬਾਅਦ ਚ ਹਟਾ ਦਿੱਤਾ, ਪਰ ਉਹਨੇ ਮੌਕਾ ਮਿਲ ਰਿਹਾ ਕਿ ਹੁਣ ਕੇਜਰੀਵਾਲ ਦਿੱਲੀ ਤੋਂ ਆਪਣੇ ਬੰਦੇ ਭੇਜ ਰਿਹਾ। ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਉਹ ਦਿੱਲੀ ਤੋਂ ਆ ਗਿਆ, ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਚੇਅਰਮੈਨ ਸੀ ਉਹ ਦਿੱਲੀ ਦੇ ਉੱਤੋਂ ਆ ਗਿਆ ਜੀ। ਤੇ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਦੇਖੋ ਨਾ, ਅਨਨੈਸੈਸਰੀ ਕਨਫਰੰਟੇਸ਼ਨ ਕ੍ਰੀਏਟ ਹੋਣ ਲਈ ਆ। ਪਿੱਛੇ ਜੇ 2 ਵੀਸੀ ਦੀਆਂ ਇਹਨਾਂ ਨੇ ਐਕਸਟੈਂਡ ਕਰਨੀਆਂ ਸੀਗੀਆਂ, ਉਹ ਗਵਰਨਰ ਨੇ ਕੱਟ ਕੇ 6 ਮਹੀਨੇ ਦੀ ਕਰ ਦਿੱਤੀ। ਅੱਜ ਤੱਕ ਭਗਵੰਤ ਮਾਨ ਉਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀਆਂ ਦੇ ਵਿੱਚ ਸਿੰਡੀਕੇਟ ਦੇ ਮੈਂਬਰ ਲਾਉਣੇ ਹੁੰਦੇ ਆ, ਉਹ ਨਹੀਂ ਇਹ ਲਾਉਣ ਦਾ। ਅਸਲ ਦੇ ਵਿੱਚ ਇਹ ਰੌਲਾ ਜ਼ਿਆਦਾ ਇਹਨਾਂ ਦਾ। ਇਹਨਾਂ 'ਚ ਕੋਈ ਵੀ ਬੰਦਾ ਉਹ ਨਹੀਂ ਹੈ ਕਿ ਜਿਹਨੂੰ ਗਵਰਨੈਂਸ ਦੀ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਢਾਂਚਾਗਤ ਸਮੱਸਿਆ ਹੈ। ਪੰਜਾਬ ਦਾ ਕ੍ਰਾਈਸਿਸ ਸਟਰਕਚਰਲ ਕ੍ਰਾਈਸਿਸ ਹੈ, ਚਾਹੇ ਉਹ ਖੇਤੀਬਾੜੀ ਦਾ ਕ੍ਰਾਈਸਿਸ ਆ, ਚਾਹੇ ਉਹ ਨਸ਼ਿਆਂ ਦਾ ਕ੍ਰਾਈਸਿਸ ਹੈਗਾ, ਚਾਹੇ ਉਹ ਪ੍ਰਵਾਸ ਦਾ ਕ੍ਰਾਈਸਿਸ ਹੈਗਾ, ਚਾਹੇ ਲਾ ਐਂਡ ਆਰਡਰ ਦਾ ਕ੍ਰਾਈਸਿਸ ਹੈਗਾ ਵਾ, ਚਾਹੇ ਫਾਈਨੈਂਸ਼ੀਅਲ ਕ੍ਰਾਈਸਿਸ ਹੈਗਾ, ਜਾਂ ਹੋਰ ਬਹੁਤ ਸਾਰੇ ਕ੍ਰਾਈਸਿਸ ਹੈਗੇ ਆ। ਇਹਨਾਂ ਨੂੰ ਲੋਕਾਂ ਨੇ ਇਹਨਾਂ ਦੇ ਕੈਂਡੀਡੇਟਾਂ ਦਾ ਮੂੰਹ ਵੇਖੇ ਬਿਨਾ 92 ਸੀਟਾਂ ਦੇਤੀਆਂ, ਇਹ ਆਸ ਕਰਕੇ ਕਿ ਇਹ ਉਸ ਢਾਂਚਾਗਤ ਜਿਹੜੀ ਸਾਡੀ ਸਮੱਸਿਆ ਹੈਗੀ ਆ, ਜਿੱਥੋਂ ਪੰਜਾਬ ਦੇ ਲੋਕ ਉਚਾਟ ਹੋ ਰਹੇ ਆ, ਉਹਦਾ ਹੱਲ ਲੱਭਣਗੇ। ਜੀ, ਹੱਲ ਲੱਭਣ ਦੀ ਇਹਨਾਂ ਕੋਲ ਕੈਪੈਸਿਟੀ ਨਹੀਂ ਹੈਗੀ। ਇਹ ਨਾਟਕਬਾਜ਼ੀ, ਨਟੰਕੀਬਾਜ਼ੀ ਬਹੁਤ ਲੰਮਾ ਸਮਾਂ ਨਹੀਂ ਚੱਲਣੀ ਅਜੇ ਤੱਕ, ਕਿਉਂਕਿ ਲੋਕੀ ਇਹਨਾਂ ਨੂੰ ਤਾਂ ਜੇ ਪਸੰਦ ਕਰਦੇ ਆ ਕਿ ਪਹਿਲੇ ਬਹੁਤ ਮਾੜੇ ਸੀਗੇ। ਜੀ, ਅਕਾਲੀਆਂ ਕਾਂਗਰਸੀਆਂ ਨੇ 15 ਸਾਲ ਦੇ ਵਿੱਚ ਪੰਜਾਬ ਦੀ ਤਹਿਸ ਨਹਿਸ ਫੇਰ ਦਿੱਤੀ ਆ ਜੀ, ਔਰ ਇਸ ਕਰਕੇ ਬਾਈ ਡਿਫਾਲਟ ਇਹ ਲੋਕਾਂ ਦੀ ਚੋਇਸ ਬਣੇ। ਜੀ, ਇੰਨੇ ਵੱਡੇ ਮੈਂਡੇਟ ਦੇ ਨਾਲ ਭਗਵੰਤ ਮਾਨ ਨੂੰ ਚਾਹੀਦਾ ਸੀ ਕਿ ਪੰਜਾਬ ਦੇ ਮਸਲਿਆਂ ਦੇ ਉੱਤੇ ਫੋਕਸ ਕਰਦਾ। ਜੀ, ਦਿੱਲੀ ਦਾ ਮਸਲਾ ਉਹ ਆਪੇ ਨਜਿੱਠ ਲੈਂਦੇ। ਹੁਣ ਉਹ ਹੈਲੀਕਾਪਟਰ ਵਾਲਾ ਕੰਮ ਜਿਹੜਾ ਹੈਗਾ ਵਾ ਵੀ ਹੈਲੀਕਾਪਟਰ ਲੈ ਕੇ ਜਾਂਦਾ, ਉਹ ਬਣੀ ਜਾਂਦੇ ਆ। ਕੀ ਕਰਦਾ ਇਹਨਾਂ ਗੁਜਰਾਤ 'ਚ ਇਹਨਾਂ ਬਦਨਾਮੀ ਖੱਟੀ, ਆਪਣੇ ਪੈਸੇ ਲੈ ਕੇ ਗਏ, ਐਮਐਲਏ ਲੈ ਕੇ ਗਏ ਇੱਥੋਂ, ਜਿਹਦੀ ਵਜ੍ਹਾ ਐਮਐਲਏ ਨੂੰ ਖਰਚਾ ਕਰਨਾ ਪਿਆ। ਉਹਨਾਂ ਨੇ ਵੀ ਜੋੜ ਤੋੜ ਕਰਕੇ ਪੈਸੇ ਇਕੱਠੇ ਕੀਤੇ, ਉੱਥੋਂ ਕੀ ਖੱਟਿਆ? ਕਰਨਾਟਕਾ 'ਚ ਖੱਟਿਆ, ਗੋਆ 'ਚ ਇਹਨਾਂ ਨੇ ਕੀ ਖੱਟਿਆ, ਉੱਤਰਾਖੰਡ 'ਚ ਕੀ ਖੱਟਿਆ, ਹਿਮਾਚਲ 'ਚ ਕੀ ਖੱਟਿਆ? ਦਿੱਲੀ ਦੇ ਤੇ ਪੱਲੇ ਕੱਖ ਨਹੀਂ ਗਾ। ਦਿੱਲੀ ਵਾਲਿਆਂ ਨੇ ਥੋੜੀ ਬਹੁਤੀ ਉਹ ਨਸ਼ਾ ਜਿਹੜੀ ਆਪਣਾ ਪਾਲਿਸੀ ਬਣਾਈ ਸੀਗੀ, ਉਹ ਫੜ ਕੇ ਉਹਨਾਂ ਨੇ ਅੰਦਰ ਦੇ ਦਿੱਤੇ। ਮਾਨ ਅਨਸੈਸਰੀ ਜਿਹੜਾ ਹੈਗਾ, ਇਹਦੇ ਕਹਿ ਤੇ ਮੈਨੂੰ ਪਤਾ ਕਿ ਉਹ ਇੰਡੀਪੈਂਡੈਂਟ ਨਹੀਂ ਹੋ ਸਕਦਾ, ਪਰ ਅਲਟੀਮੇਟਲੀ ਜਿਹੜਾ ਮੈਂਡੇਟ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਦਿੱਤਾ ਸੀਗਾ, ਉਹ ਮੈਂਡੇਟ ਦੀ ਪੂਰੀ ਤਰ੍ਹਾਂ ਅਡਹੀਰੈਂਸ ਨਹੀਂ ਹੋ ਰਹੀ। ਕੋਈ ਲੋੜ ਨਹੀਂ ਸੀ ਗਵਰਨਰ ਦੇ ਨਾਲ ਪੰਗਾ ਲੈਣ ਦੀ। ਅੱਜ ਤੱਕ ਦੇਖੋ ਕਿੰਨੇ ਲੰਬੇ ਸਮੇਂ ਤੋਂ 60 ਸਾਲ ਤੋਂ ਸੈਂਟਰ ਸਟੇਟ ਰਿਲੇਸ਼ਨ ਚੱਲੀ ਆਉਣ ਡਏ ਆ। ਅਕਾਲੀਏ ਵੀ ਰਹੇ, ਕਦੀ ਇਹਨਾਂ ਨੇ ਪੰਗਾ ਪਿਆ, ਕਾਂਗਰਸ ਵਾਲੇ ਦੂਸਰੇ ਰਹੇ ਤਾਂ ਵੀ ਕੋਈ ਪੰਗਾ ਨਹੀਂ ਪਿਆ। ਕੋਈ ਗਵਰਨਰ, ਕੋਈ ਸੈਂਟਰ ਗਵਰਨਮੈਂਟ, ਜੇ ਪੰਜਾਬ ਦੇ ਲੋਕ ਤੁਹਾਡੇ ਨਾਲ ਵਾ, ਪੰਜਾਬ ਦੀ ਚੁਣੀ ਹੋਈ ਸਰਕਾਰ ਨਾਲ ਪੰਗਾ ਨਹੀਂ ਲੈ ਸਕਦੇ। ਇਹ ਗੱਲ
ਬਹੁਤ ਅਨਰਿਟਨ ਜਿਹੜੀ ਹੈਗੀ ਆ ਕੰਧ ਤੇ ਲਿਖੀ ਪਈ ਆ। ਉਹਨਾਂ ਨੂੰ ਬਿਲਕੁਲ ਪਤਾ ਕਿ ਜੇ ਪੰਜਾਬ ਦੇ ਕਿਸਾਨ ਜਿਹੜੇ ਖਾਸ ਕਰਕੇ ਹੁਣ ਤਾਂ ਪਿੱਛੇ ਜੇ ਐਡਵਾਂਟੇਜ ਹੋਇਆ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ 3 ਕਿਸਾਨੀ ਬਿੱਲਾਂ ਦੇ ਵਿੱਚ ਸੈਂਟਰ ਗਵਰਨਮੈਂਟ ਦੀਆਂ ਗੋਡੀਆਂ ਲਵਾਈਆਂ, ਹਾਂਜੀ ਇਸ ਤਰੀਕੇ ਦੇ ਨਾਲ ਇਸ ਵੇਲੇ ਉਹਨਾਂ ਨੂੰ ਜੇ ਕੋਈ ਡਰ ਹੈਗਾ ਤੇ ਉਹ ਪੰਜਾਬ ਦੇ ਉੱਤੋਂ ਹੀ ਆ। ਪੰਜਾਬ ਨੂੰ ਬੀਜੇਪੀ ਵਾਲੇ ਜਾਂ ਐਨਡੀਏ ਵਾਲੇ ਲਾਸਟ ਕਿਲਾ ਸਮਝਦੇ ਆ ਕਿ ਇਹਨੂੰ ਜੀ ਫਤਿਹ ਕਰਨ ਵਾਸਤੇ। ਤੁਸੀਂ ਦੇਖੋ ਵੀ ਕਾਂਗਰਸ ਵਾਲੇ ਬੰਦੇ ਉਸ ਪਾਸੇ ਵੱਲ ਜਾ ਰਹੇ ਆ, ਅਕਾਲੀਆਂ ਦੇ ਜਾ ਰਹੇ ਆ, ਪਰ ਲੋਕੀ ਮੂੰਹ ਨਹੀਂ ਲਾਉਣ ਡਏ। ਸੋ ਮੇਰਾ ਹਾਂਜੀ ਕਹਿਣ ਦਾ ਭਾਵ ਹੈ ਕਿ ਜਿੰਨਾ ਇਹਨੇ ਕ੍ਰਾਈਸਿਸ ਖੜਾ ਕੀਤਾ ਵਾ ਉਹਦੇ ਲਈ ਭਗਵੰਤ ਮਾਨ ਗਵਰਨਰ ਨਾਲੋਂ ਜ਼ਿਆਦਾ ਜ਼ਿੰਮੇਵਾਰ ਹੈ। ਗਵਰਨਰ ਇਹ ਆਮ ਤੌਰ ਤੇ ਰਿਹਾ ਹੀ ਆ, ਹੋ ਸਕਦਾ ਜਾਂ ਤੇ ਇਹਨਾਂ ਨੇ ਪੋਲੀਟੀਕਲ ਹਿਸਟਰੀ ਨਹੀਂ ਪੜ੍ਹੀ, ਇਹਨਾਂ ਨੂੰ ਗਵਰਨਰ ਦਾ ਰੋਲ ਜਿਹੜਾ ਮੈਂ ਉਹਦੀ ਕਿਤਾਬ ਸੀ ਮੇਰੇ ਖਿਆਲ ਸੀ ਪੰਜਾਬ ਦਾ 70 ਦੇ ਗਵਰਨਰ ਸੀਗਾ, ਮਾਈ ਡੇਜ਼ ਐਜ਼ ਏ ਗਵਰਨਰ, ਪੜ੍ਹ ਲੈਣੀ ਚਾਹੀਦੀ ਸੀਗੀ। ਜੀ ਗਵਰਨਰ ਸੈਂਟਰ ਦਾ ਏਜੰਟ ਹੈਗਾ ਵਾ, ਗਵਰਨਰ ਕੋਲ ਬਹੁਤ ਪਾਵਰ ਆ, ਇਹਦੇ ਕਿਸੇ ਵੀ ਬਿੱਲ ਨੂੰ ਉਹ ਮਨਾ ਕਰ ਸਕਦਾ। ਇਹਨੇ ਕੀ ਕੀਤਾ, 4 ਬਿੱਲ ਕੀਤੇ, ਉਹ ਮਿੱਟੀ 'ਚ ਮਿਲ ਗਏ, ਇਹਦੇ ਪੱਲੇ ਕੀ ਰਿਹਾ ਉਹਦੇ ਵਿੱਚੋਂ। ਸਰਕਾਰ ਗਵਰਨਰ ਤੋਂ ਬਿਨਾਂ ਨਹੀਂ ਚੱਲ ਸਕਦੀ, ਪਰ ਪਤਾ ਨਹੀਂ ਇਹਨਾਂ ਨੂੰ ਕੋਈ ਅਕਲ ਦੇਣ ਵਾਲਾ ਨਹੀਂ ਹੈਗਾ, ਜਾਂ ਇਹ ਕੇਜਰੀਵਾਲ ਦੀ ਲੜਾਈ ਆਪਣੇ ਮੋਢਿਆਂ ਤੇ ਲੜਦੇ ਆ। ਬਗਾਨੀ ਲੜਾਈ ਤੁਸੀਂ ਆਪਣੇ ਮੋਢਿਆਂ ਤੇ ਲੜਦੇ ਹੋ, ਜਿਹਦੇ ਨਾਲ ਅਲਟੀਮੇਟਲੀ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੇ ਏਡਾ ਵੱਡਾ ਮੈਂਡੇਟ ਦਿੱਤਾ ਸੀ, ਉਹ ਮੈਂਡੇਟ ਦੇ ਨਾਲ ਬਹੁਤ ਵੱਡਾ ਧੋਖਾ ਹੋਊਗਾ। ਔਰ ਜੇ ਧੋਖਾ ਕਰਦੇ ਆ ਤੇ ਇਤਿਹਾਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਤੱਪੜ ਰੁਲ ਜਾਣਗੇ। ਇਹਨਾਂ ਨੂੰ ਲੋਕਾਂ ਹੈਗਾ, ਕਿਉਂਕਿ ਏਡਾ ਵੱਡਾ ਮੌਕਾ, ਏਡੀ ਵੱਡੀ ਜ਼ਿੰਮੇਵਾਰੀ ਨਵੇਂ ਬੰਦਿਆਂ ਨੂੰ, ਵੱਡੇ ਵੱਡੇ ਰੁੱਖਾਂ ਨੂੰ, ਵੱਡੇ ਵੱਡੇ ਬੋੜ ਬਾਬਿਆਂ ਨੂੰ ਲੋਕਾਂ ਨੇ ਗੁੱਠੇ ਲਾ ਕੇ ਲਾਂਭੇ ਕਰਤਾ। ਔਰ ਜੇ ਲੋਕਾਂ ਦੀ ਐਕਸਪੈਕਟੇਸ਼ਨ ਤੇ ਨਹੀਂ ਆਉਂਦੇ ਜਾਂ ਇਸੇ ਤਰੀਕੇ ਦਾ ਅਨਨੈਸੈਸਰੀ ਪੰਗਾ ਕ੍ਰੀਏਟ ਕਰਦੇ ਆ, ਤੇ ਮੈਨੂੰ ਲੱਗਦਾ ਵੀ ਲੋਕਾਂ ਨੂੰ ਨਵਾਂ ਆਲਟਰਨੇਟਿਵ ਲੱਭਣ ਦੇ ਵਿੱਚ ਬਹੁਤਾ ਟਾਈਮ ਨਹੀਂ ਲੱਗੂਗਾ, ਕਿਉਂਕਿ ਪੰਜਾਬ ਦੀ ਹਿਸਟਰੀ ਹੈਗੀ ਆ, ਉਹ ਨਵੇਂ ਐਕਸਪੈਰੀਮੈਂਟ ਕਰਦੇ ਰਹਿੰਦੇ ਆ। ਤੇ ਜੇ ਕੋਈ ਨਹੀਂ ਉਹਨਾਂ ਦੀਆਂ ਆਸਾਂ ਤੇ ਖਰਾ ਉਤਰਦਾ ਤੇ ਫਿਰ ਉਹ ਨਵਾਂ ਐਕਸਪੈਰੀਮੈਂਟ ਵਾਸਤੇ ਇਹਨਾਂ ਨੂੰ ਤਿਆਰ ਰਹਿਣਾ ਚਾਹੀਦਾ। ਜੀ ਸੇਖੋ ਸਾਹਿਬ, ਇੱਕ ਲਾਸਟ ਕੁਐਸਚਨ ਜੋ ਆਮ ਤੌਰ ਤੇ ਰਾਜਨੀਤੀ ਦੇ ਗਲਿਆਰਿਆਂ ਦੇ ਵਿੱਚ ਡਿਸਕਸ ਹੁੰਦਾ ਹੈ, ਆਮ ਪਬਲਿਕ ਦੀ ਜ਼ੁਬਾਨ ਤੇ ਵੀ ਰਹਿੰਦਾ ਹੈ, ਮੀਡੀਆ ਦੇ ਵਿੱਚ ਵੀ ਇਹ ਚੀਜ਼ ਡਿਸਕਸ ਹੁੰਦੀ ਹੈ, ਐਕਸਪਰਟਸ ਵੀ ਇਹ ਚੀਜ਼ ਡਿਸਕਸ ਕਰਦੇ ਨੇ। ਪੰਜਾਬ ਦਾ ਸਿਨੈਰੀਓ ਕਹਿੰਦੇ ਇਦਾਂ ਹੈ ਕਿ ਕੇਜਰੀਵਾਲ ਸਾਹਿਬ ਸੁਪਰ ਸੀਐਮ ਨੇ ਔਰ ਰਾਘਵ ਚੱਡਾ ਸੀਐਮ ਨੇ ਔਰ ਮਾਨ ਸਾਹਿਬ ਡਿਪਟੀ ਸੀਐਮ ਨੇ। ਇਹ ਇਸ ਤਰ੍ਹਾਂ ਦੀ ਜੋ ਗੱਲਬਾਤ ਹੁੰਦੀ ਹੈ, ਇਹ ਕਿਸ ਆਧਾਰ ਦੇ ਉੱਤੇ ਸੇਖੋ ਸਾਹਿਬ? ਯਸ ਜੀ, ਪਰਸੈਪਸ਼ਨਸ ਬਹੁਤ ਇੰਪੋਰਟੈਂਟ ਰਹੀਆਂ ਰਾਜਨੀਤੀ ਦੇ ਵਿੱਚ। ਜੀ ਜਦੋਂ ਇਹ ਲੱਗਾ ਵੀ ਇਹ ਅਕਾਲੀ ਦਲ ਵਾਲੇ ਸਾਰੇ ਕਰਪਟ ਹੋ, ਚੰਗੇ ਬੰਦੇ ਵੀ ਹੈਗੇ ਸੀ, ਉਹ ਵੀ ਰਗੜੇ ਗਏ। ਐਗਜ਼ੈਕਟਲੀ ਕਾਂਗਰਸ ਵਾਲੇ ਪਰਸੈਪਸ਼ਨਸ ਕਿਸੇ ਵੀ ਪੋਲੀਟੀਕਲ ਪਾਰਟੀ ਵਾਸਤੇ, ਕਿਸੇ ਵੀ ਲੀਡਰ ਵਾਸਤੇ ਉਹਨੂੰ ਜੀਵਨ ਦਾਨ ਦਿੰਦੀਆਂ ਵਾ ਜਾਂ ਉਹਦੀ ਤਹਿਸ ਨਹਿਸ ਫੇਰ ਦਿੰਦੀ ਹੈ। ਆਮ ਆਦਮੀ ਪਾਰਟੀ ਨਹੀਂ ਹੈ, ਇਹਦੀਆਂ ਜੜ੍ਹਾਂ ਬਹੁਤ ਉੱਪਰ ਹਨ। ਇਹਨਾਂ ਨੇ ਸਾਰੇ ਫੜ ਤੜ ਕੇ, ਕੋਈ ਚਿੱਟੀਆਂ ਪੱਗਾਂ ਵਾਲੇ, ਕੋਈ ਨੀਲੀਆਂ ਪੱਗਾਂ ਵਾਲੇ, ਕੋਈ ਲਾਲ ਪੱਗਾਂ ਵਾਲੇ ਵੀ ਇਹਨਾਂ ਦੇ ਵਿੱਚ ਲੀਡਰ ਇਹਨਾਂ ਦੇ ਬਣੇ ਆ। ਇਹ ਤਾਕਤ ਦੇ ਵਿੱਚ ਆਏ ਤੇ ਹੁਣ ਉਹ ਸਾਰੀ ਹੋ ਰਹੀ ਆ। ਇਹ ਪਰਸੈਪਸ਼ਨ ਜਿਹੜੀ ਆ ਖਾਸ ਕਰਕੇ ਇਹ ਭਗਵੰਤ ਮਾਨ ਦੀ ਸਰਕਾਰ ਵਾਸਤੇ, ਭਗਵੰਤ ਮਾਨ ਦੀ ਲੀਡਰਸ਼ਿਪ ਵਾਸਤੇ ਬਹੁਤ ਹੀ ਜਿਹੜੀ ਹੈਗੀ ਆ ਚੈਲੰਜਿੰਗ ਆ। ਇਹਦਾ ਫੈਕਟ ਹੈ ਕਿ ਜਿਸ ਤਰੀਕੇ ਨਾਲ ਰਾਜ ਸਭਾ ਦੇ 7 ਬੰਦੇ ਅਪੁਆਇੰਟ ਕੀਤੇ ਆ, ਸਾਨੂੰ ਤਾਂ ਉਦੋਂ ਹੈਰਾਨੀ ਹੁੰਦੀ ਸੀਗੀ। ਇਹ ਪੀੜੀਆਂ ਪੱਗਾਂ ਬੰਨ੍ਹਦੇ ਆ, ਭਗਤ ਸਿੰਘ ਦੇ ਉੱਥੇ ਜਾ ਕੇ ਸਹੁੰ ਚੁੱਕਦੇ ਆ, ਕਿਸਾਨਾਂ ਦੀ ਗੱਲ ਕਰਦੇ ਆ। ਇਹਨਾਂ ਨੂੰ ਕੋਈ ਭਗਤ ਸਿੰਘ ਦੀ ਵਿਚਾਰਧਾਰਾ ਵਾਲਾ ਬੰਦਾ ਨਾ ਲੱਭਾ। ਇਹਨਾਂ ਦੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮਾਲਕਾਂ ਨੂੰ, ਜਿਹੜੀ ਭਗਤ ਸਿੰਘ ਦੀ ਵਿਚਾਰਧਾਰਾ ਦੇ ਖਿਲਾਫ ਜਿਹੜੇ ਲੋਕ ਸੀਗੇ, ਉਹਨਾਂ ਨੂੰ ਰਾਜ ਸਭਾ 'ਚ ਪਹੁੰਚਾਇਆ ਜੀ। ਕੋਈ ਦਲਿਤ ਭਾਈਚਾਰੇ ਦਾ ਬੰਦਾ ਨਹੀਂ ਲੱਭਿਆ। ਅੰਬੇਦਕਰ ਦੀ ਗੱਲ ਕਰਦੇ, ਫੋਟੋਆਂ ਲਾਉਣ ਨਾਲ ਕੁਛ ਨਹੀਂ ਬਣਦਾ। ਇਹੋ ਜਿਹੀ ਜਿਹੜੀ ਹੁੰਦੀ ਨਾ, ਖਾਸ ਕਰਕੇ ਇਸ ਕਿਸਮ ਦੀ ਪੱਤੇਬਾਜ਼ੀ, ਉਹ ਨਹੀਂ ਚੱਲਦੀ। ਹਾਂ, ਜੇ ਪਰਸੈਪਸ਼ਨ ਬਣ ਜਾਂਦੀਆਂ, ਪੰਜਾਬ ਦੇ ਲੋਕਾਂ ਦੀ ਸਮੱਸਿਆ ਬਹੁਤ ਆ, ਕਿਉਂਕਿ ਪੰਜਾਬ ਦੇ ਲੋਕ ਪਛਾਣ ਨਹੀਂ ਮੁੜਨਾ ਚਾਹੁੰਦੇ, ਉਹਨਾਂ ਅਕਾਲੀਆਂ ਕਾਂਗਰਸੀਆਂ ਵਾਲੇ ਪਾਸੇ ਨਹੀਂ ਜਾਣਾ ਚਾਹੁੰਦੇ। ਇਸ ਕਰਕੇ ਮੈਨੂੰ ਲੱਗਦਾ ਵੀ ਜੇ ਪੰਜਾਬ ਦੇ ਲੋਕਾਂ ਦੀ ਕੋਈ ਸਮੱਸਿਆ ਪੈਦਾ ਕਰ ਸਕਦੇ, ਜੇ ਪਰਸੈਪਸ਼ਨ ਬਣ ਰਹੀਆਂ, ਤੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਪੋਲੀਟੀਕਲ ਧਰੋਹ ਕਰ ਰਹੇ ਆ, ਕਿਉਂਕਿ ਇਹਨਾਂ ਨੇ ਲੋਕਾਂ ਦੀ ਨਬਜ਼ ਹੀ ਨਹੀਂ ਪਛਾਣੀ। ਇਹ ਲੋਕਾਂ ਦੀ ਐਸਪੀਰੇਸ਼ਨ ਸੀਗੀਆਂ, ਉਹਦੇ ਉੱਤੇ ਖਰੇ ਹੀ ਨਹੀਂ ਉਤਰੇ। ਸਿਰਫ ਲਾਲਾ ਕਰਨ ਦੇ ਨਾਲ, ਸ਼ੇਅਰ ਕਰਾਉਣ ਦੇ ਨਾਲ, ਅਪੋਨੈਂਟਸ ਨੂੰ ਗੁੱਠੇ ਲਾਉਣ ਦੇ ਨਾਲ, ਜਾਂ ਫਿਰ ਕਹੀ ਜਾਣਾ ਕਿ ਮੈਂ ਹੀ ਸਭ ਕੁਝ ਜਾਣਦਾ। ਅਸਲ ਦੇ ਵਿੱਚ ਇਹ ਹੈਗਾ ਕਿ ਇਹਨਾਂ 'ਚ ਸੈਂਟਰਲਾਈਜੇਸ਼ਨ ਆਫ ਪਾਵਰ ਹੈਗੀ ਆ। ਸਾਰੀ ਪਾਵਰ ਜਿਹੜੀ ਆ, ਉਹ ਜਿਹੜਾ ਹਾਈ ਕਮਾਂਡ ਜਿਹਨੂੰ ਤੁਸੀਂ ਕਿਹਾ ਵੀ ਉੱਤੇ ਬੈਠਾ, ਉਹਦੇ ਕੋਲ ਹੈਗੀ ਆ। ਫਿਰ ਇਹਨੂੰ ਡੀਸੈਂਟਰਲਾਈਜੇਸ਼ਨ ਓਬੀਡੀਐਂਸ ਹੈਗੀ ਆ। ਤੁਸੀਂ ਆਪੇ ਕਿਹਾ ਕਿ ਤੀਸਰੇ ਨੰਬਰ ਦੇ ਵਿੱਚ ਓਬੀਡੀਐਂਸ ਦੇ ਉੱਤੇ ਜਿਹੜਾ ਹੈਗਾ ਵਾ, ਉਹ ਭਗਵੰਤ ਮਾਨ ਹੈਗਾ ਵਾ, ਕਿ ਇਹ ਅਵਾਇਡ ਕਰਦਾ ਵੀ ਉੱਤੇ ਮੈਨੂੰ ਕੀ ਕਹੀ ਜਾਂਦੇ। ਇਸੇ ਤਰੀਕੇ ਨਾਲ ਥੱਲੇ ਐਮਐਲਏ ਆ, ਉਹ ਇਹਨਾਂ ਨੂੰ ਹੈਗੇ ਆ
ਇਹਨਾਂ ਨੂੰ ਆਨਸਰੇਬਲ ਹੈਗੇ ਆ। ਇਹ ਗੱਲ ਇੱਕ ਤੋਂ ਇਲਾਵਾ ਹੋਰ ਵੀ ਹੈਗੀ ਆ ਕਿ ਦਿੱਲੀ ਦੇ ਲੋਕ ਇਹਨਾਂ ਨੇ ਆਪਣੇ ਐਮਐਲਏਸ ਦੇ ਮਗਰ ਜਾਂ ਹੋਰਨਾਂ ਦੇ ਪਾਸੇ ਉਹਨਾਂ ਤੇ ਨਿਗਾਹ ਰੱਖਣ ਵਾਸਤੇ ਰੱਖੇ ਹੋਏ ਆ। ਇਹ ਬਹੁਤ ਹੀ ਅਨਫੋਰਚੂਨੇਟ, ਜੇ ਗੱਲ ਸਹੀ ਆ ਤੇ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਖਤਰਾ ਪੰਜਾਬ ਦੀ ਡੈਮੋਕ੍ਰੇਸੀ ਨੂੰ ਜਾਂ ਪੰਜਾਬ ਦੇ ਮੈਂਡੇਟ ਨੂੰ ਇਹੋ ਜਿਹੀ ਵਿਵਸਥਾ ਤੋਂ ਹੈ ਕਿ ਜਿੱਥੇ ਪੰਜਾਬ ਦੇ ਚੁਣੇ ਹੋਏ ਲੋਕ ਆਪਣੇ ਮਨ ਦੀ ਗੱਲ ਆਪਣੇ ਲੋਕਾਂ ਦੇ ਨਾਲ ਜਾਂ ਲੋਕਾਂ ਦੇ ਮਨ ਦੀ ਗੱਲ ਇਹ ਉਹਨਾਂ ਦੇ ਥਰੂ ਜਿਹੜੀ ਆ ਉਹ ਸਰਕਾਰ ਨੂੰ ਨਹੀਂ ਪਹੁੰਚਾਉਣ ਦਾ। ਭਗਵੰਤ ਮਾਨ ਹੋਣਾ ਨੂੰ ਇਹ ਗੱਲ ਧਿਆਨ ਰੱਖਣੀ ਚਾਹੀਦੀ ਹੈ ਕਿ ਇਹ ਗਵਰਨਰੀ ਸਿਸਟਮ ਨਹੀਂ ਹੈ, ਇਹ ਪ੍ਰੈਜ਼ੀਡੈਂਸ਼ੀਅਲ ਸਿਸਟਮ ਨਹੀਂ ਹੈ, ਪਾਰਲੀਮੈਂਟਰੀ ਸਿਸਟਮ ਆ। ਮੰਤਰੀ ਵੀ ਉਹਨੇ ਇੰਪੋਰਟੈਂਟ ਆ, ਐਮਐਲਏ ਵੀ ਉਹਨੇ ਹੀ ਇੰਪੋਰਟੈਂਟ ਹੈਗੇ ਆ। ਜੇ ਇਹ ਸੋਚਦੇ ਹਾਂ ਠੀਕ ਆ ਇਹਨਾਂ ਦੀ ਸਰਕਾਰ ਵਾ, ਕੱਲ ਨੂੰ ਸਰਪੰਚ ਇਹਨਾਂ ਦੇ ਬਣ ਜਾਣਗੇ, ਕੱਲ ਨੂੰ ਇਹਨਾਂ ਦੇ ਮਿਊਨਿਸਪਲ ਕਮੇਟੀਆਂ 'ਚ ਬੰਦੇ ਬਣ ਜਾਣਗੇ, ਪਰ ਇਹ ਮਿਊਨਿਸਪਲ ਕਮੇਟੀਆਂ ਦੇ ਵਿੱਚ ਜੇ ਸਰਪੰਚ ਤਾਂ ਅਕਾਲੀਆਂ ਦੇ ਵੀ ਰਹੇ ਸੀਗੇ, ਕਾਂਗਰਸ ਦੇ ਵੀ ਰਹੇ ਸੀਗੇ, ਜੇ ਉਹ ਉਹਨਾਂ ਨੂੰ ਨਹੀਂ ਬਚਾ ਸਕੇ ਤੇ ਇਹਨਾਂ ਨੂੰ ਕਿੱਦਾਂ ਬਚਾਉਣਗੇ। ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਐਕਸਪੈਰੀਮੈਂਟ ਹੋਰ ਕਰਨਾ ਪਊਗਾ, ਕਿਉਂਕਿ ਐਕਸਪੈਰੀਮੈਂਟ ਦੇ ਵਿੱਚ ਕੋਈ ਨਵੀਂ ਚੀਜ਼ ਨਿਕਲਦੀ ਆ ਤਾਂ ਕਿ ਅਲਟੀਮੇਟ ਜਿੱਥੋਂ ਇਹ 2012 ਦੇ ਵਿੱਚ ਇਹ ਗੱਲ ਸ਼ੁਰੂ ਹੋਈ ਸੀਗੀ ਕਿ ਸਾਨੂੰ ਆਲਟਰਨੇਟਿਵ ਪਾਵਰ ਨਹੀਂ ਚਾਹੀਦੀ, ਸਾਨੂੰ ਆਲਟਰਨੇਟਿਵ ਪੋਲਿਟਿਕਸ ਚਾਹੀਦੀ ਆ, ਰਾਜਨੀਤੀ ਚਾਹੀਦੀ ਆ। ਮੈਨੂੰ ਲੱਗਦਾ ਕਿ ਇਹ ਆਲਟਰਨੇਟਿਵ ਰਾਜਨੀਤੀ ਦੇ ਲੈਵਲ ਦੇ ਉੱਤੇ ਇਹ ਉਹ ਨਹੀਂ ਪਹੁੰਚ ਸਕੇ, ਇਹ ਆਲਟਰਨੇਟਿਵ ਪਾਵਰ ਦੀਆਂ ਗੱਲਾਂ ਕਰਦੇ ਆ। ਤੇ ਇਸ ਕਰਕੇ ਮੈਨੂੰ ਤਾਂ ਬਹੁਤ ਆਸ ਹੈਗੀ ਆ, ਕਿਉਂਕਿ ਇਸ ਦੇਸ਼ ਦੀ ਡੈਮੋਕ੍ਰੈਟਿਕ ਪ੍ਰਥਾ ਨੂੰ ਰੱਖਣ ਵਾਸਤੇ ਸਾਰੇ ਦੇਸ਼ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਤੋਂ ਬਹੁਤ ਆਸ ਹੈ, ਪੰਜਾਬ ਦੀ ਕਿਸਾਨੀ ਤੋਂ ਬਹੁਤ ਆਸ ਹੈਗੀ ਆ, ਪੰਜਾਬ ਦੇ ਜਿਹੜੇ ਸਮਾਜ ਆ ਉਹ ਤੋਂ ਬਹੁਤ ਆਸ ਹੈਗੀ ਆ। ਇਸ ਕੰਮ ਲਈ ਮੈਨੂੰ ਤਾਂ ਲੱਗਦਾ ਕਿ ਹੋ ਸਕਦਾ ਜਿਹੜਾ ਅਗਲਾ ਕੋਈ ਨਵਾਂ ਰਸਤਾ ਮਿਲੂਗਾ ਉਹ ਪੰਜਾਬ ਦੀ ਕਿਸਾਨੀ ਦੇ ਰਾਹੀਂ ਜਾਂ ਪੰਜਾਬ ਦੇ ਲੋਕਾਂ ਰਾਹੀਂ ਜਾਂ ਪੰਜਾਬ ਦੀ ਜਨਤਾ ਰਾਹੀਂ ਕੋਈ ਨਾ ਕੋਈ ਹੋਰ ਸਾਨੂੰ ਜਿਹੜਾ ਹੈਗਾ ਤਰੀਕਾ ਨਿਕਲੂਗਾ ਜਿਹੜਾ ਰੀਅਲ ਟਰਮ ਦੇ ਵਿੱਚ ਆਲਟਰਨੇਟਿਵ ਰਾਜਨੀਤੀ ਲੈ ਕੇ ਆਊਗਾ। ਉਹ ਰਾਜਨੀਤੀ ਜਿਹੜੀ ਲੋਕਾਂ ਦੀ ਰਾਜਨੀਤੀ ਹੋਊਗੀ, ਨਾ ਕਿ ਦਿੱਲੀ ਬੈਠੇ ਆਂਦੀ ਤੇ ਨਾ ਕਿ ਜਿਹੜੇ ਇੱਥੋਂ ਰਾਜ ਸਭਾ 'ਚ ਬੰਦੇ ਭੇਜਦੇ ਆ ਉਹਨਾਂ ਦੇ ਥਰੂ ਜਿਹੜੀ ਲੋਕਤੰਤਰ ਹੋਊਗਾ। ਥੈਂਕ ਯੂ ਸੋ ਮਚ ਸੇਖੋਂ ਸਾਹਿਬ। ਔਰ ਇਸ ਵਿਸ਼ੇ ਦੇ ਉੱਤੇ ਤੁਸੀਂ ਜੋ ਸਾਨੂੰ ਐਨਲਾਈਟਨ ਕੀਤਾ ਹੈ, ਬਿਲਕੁਲ ਇੱਕ ਨਵਾਂ ਰਾਹ, ਇੱਕ ਨਵੀਂ ਸੋਚ ਦਿੱਤੀ ਹੈ। ਔਰ ਤੁਹਾਡੀ ਇਹ ਗੱਲ ਪ੍ਰਸ਼ਾਸਨ ਤੱਕ ਪਹੁੰਚੇ ਤਾਂ ਬਹੁਤ ਵਧੀਆ ਰਾਹ ਨਿਕਲ ਸਕਦੇ ਨੇ ਔਰ ਵਾਕਈ ਅਸੀਂ ਟਰੂ ਸੈਂਸ ਦੇ ਵਿੱਚ ਡੈਮੋਕ੍ਰੇਸੀ ਨੂੰ ਸਥਾਪਿਤ ਕਰ ਸਕਦੇ ਹਾਂ ਆਪਣੇ ਭਾਰਤ ਦੇ ਵਿੱਚ। ਥੈਂਕ ਯੂ ਸੋ ਮਚ ਸੇਖੋਂ ਸਾਹਿਬ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਸ਼ੁਕਰੀਆ। ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।